ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਤੁਸੀਂ ਦੇਖ ਰਹੇ ਹੋ ਸਾਡਾ ਬਹੁਤ ਖਾਸ ਪ੍ਰੋਗਰਾਮ ਖਬਰ ਪੜਤਾਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਮਨਪ੍ਰੀਤ ਜੀ, 3-4 ਵੱਡੇ ਇਸ਼ੂ ਨੇ। ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਸ਼ੁੱਕਰਵਾਰ ਨੂੰ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋ ਸਕਦੀ ਹੈ। ਲਗਭਗ ਤੈਅ ਹੋ ਗਿਆ ਮੀਟਿੰਗ ਸ਼ੁੱਕਰਵਾਰ ਨੂੰ। ਉਹਦੇ 'ਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਚਿੱਠੀ ਭੇਜੀ ਗਈ ਹੈ ਹਰੀਸ਼ ਚੌਧਰੀ ਵੱਲੋਂ। ਪਰ ਹਰੀਸ਼ ਚੌਧਰੀ ਨੇ ਜਿਹੜਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਰੈਫਰੈਂਸ ਤੋਂ ਗੱਲਾਂ ਲਿਖ ਕੇ ਪਾਈਆਂ ਨੇ, ਉਹਦੇ ਉੱਤੇ ਵਿਚਾਰ ਚਰਚਾ ਹੋਣੀ ਹੈ। ਉਹਦੇ 'ਚ ਕੀ ਹੋ ਸਕਦਾ ਹੈ, ਮੈਂ ਚਾਹੂੰਗਾ ਜ਼ਰੂਰ ਤੁਸੀਂ ਐਕਸਪਰਟ ਓਪੀਨੀਅਨ ਆਪਣਾ ਡਿਲੀਵਰ ਕਰੋ। ਇਹਦੇ ਨਾਲ ਨਾਲ ਕੱਲ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਗੁਰਬਿੰਦਰ ਅਟਵਾਲ ਉਹਨਾਂ ਨੂੰ ਮਿਲੇ ਨੇ। ਬੜੇ ਪੁਰਾਣੇ ਲੀਡਰ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਕਾਂਗਰਸ ਤੋਂ ਵੱਖ ਨੇ ਪਿਛਲੇ ਕਾਫੀ ਸਮੇਂ ਤੋਂ। ਕੈਪਟਨ ਅਮਰਿੰਦਰ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਲੀਡਰ ਨਾਲ, ਜਨਰਲ ਸਕੱਤਰ ਪੱਧਰ ਦੇ ਡਾਕਟਰ ਸੁਭਾਸ਼ ਉਹਨਾਂ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ। ਉਹ 'ਚ ਪੰਜਾਬ ਲੋਕ ਕਾਂਗਰਸ ਦੇ ਨੁਮਾਇੰਦੇ ਵੀ ਸੀ। ਕਹਿੰਦੇ ਪੰਜਾਬ ਦੀਆਂ ਨਿਗਮ ਚੋਣਾਂ ਰਲ ਕੇ ਲੜਾਂਗੇ। ਇੱਕ ਵਾਰ ਫੇਰ ਕੈਪਟਨ ਔਰ ਬੀਜੇਪੀ ਦਾ ਗਠਬੰਧਨ ਦੇਖ ਰਿਹਾ, ਕਿੱਥੇ ਤੱਕ ਜਾਊਗਾ ਵਕਤ ਦੱਸੂਗਾ। ਪਰ ਅਚਾਨਕ ਕੈਪਟਨ ਅਮਰਿੰਦਰ ਦੀ ਸਰਗਰਮੀ, ਇਹਦੇ ਉੱਪਰ ਗੱਲ ਕਰਾਂਗੇ ਵੀ ਹੁਣ ਇਹਦਾ ਅਸਰ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਜਾਊਗਾ। ਔਰ ਇੱਕ ਹੋਰ ਬਹੁਤ ਮਹੱਤਵਪੂਰਨ ਮੁੱਦਾ ਹੈ ਜਿਹਦੇ ਤੇ ਮੈਂ ਚਾਹੂੰਗਾ ਕਿ ਅਸੀਂ ਨਾਲ ਨਾਲ ਗੱਲ ਕਰੀਏ। ਉਧਰ ਸੁਖਬੀਰ ਬਾਦਲ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ। ਮੀਟਿੰਗ ਵੀ ਹੋਈ ਅਕਾਲੀ ਦਲ ਦੀ, ਔਰ ਬੰਦੀ ਸਿੱਖਾਂ ਦਾ ਮਸਲਾ ਜ਼ੋਰ ਸ਼ੋਰ ਨਾਲ ਸੁਖਬੀਰ ਬਾਦਲ ਨੇ ਵੀ ਚੱਕਿਆ। ਔਰ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਹ ਸਾਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਗੇ ਵਧਾਂਗੇ। ਸਭ ਤੋਂ ਪਹਿਲਾਂ ਅਨੁਸ਼ਾਸਨੀ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਹੋ ਰਹੀ ਹੈ। ਮਨਪ੍ਰੀਤ ਰੰਧਾਵਾ ਜੀ, ਸੁਨੀਲ ਜਾਖੜ ਨੂੰ ਤਾਂ ਨੋਟਿਸ ਜਾਰੀ ਕੀਤਾ ਗਿਆ ਸੀ ਕਾਂਗਰਸ ਦੀ ਹਾਈ ਕਮਾਂਡ ਦੀ ਅਨੁਸ਼ਾਸਨੀ ਕਮੇਟੀ ਵੱਲੋਂ। ਚਿੱਠੀ ਲਿਖੀ ਹਰੀਸ਼ ਚੌਧਰੀ ਨੇ, ਜਨਰਲ ਸਕੱਤਰ KC ਵੇਣੂਗੋਪਾਲ ਉਹਨਾਂ ਕੋਲ ਗਈ, ਉਹਨਾਂ ਨੇ ਸੋਨੀਆ ਗਾਂਧੀ ਨੂੰ ਭੇਜੀ। ਸੋਨੀਆ ਗਾਂਧੀ ਨੇ ਫਿਰ ਵਾਪਸ ਭੇਜੀ ਕਿ ਇਹਨੂੰ ਵਿਚਾਰਿਆ ਜਾਣਾ ਚਾਹੀਦਾ, ਤੇ ਫਿਰ ਇਹ ਅਨੁਸ਼ਾਸਨੀ ਕਮੇਟੀ ਕੋਲ ਚਲੀ ਗਈ, ਜਿਹਦੇ ਵਿੱਚ ਐਂਟਨੀ ਸਾਹਿਬ ਉਹਦੇ ਮੁਖੀ ਨੇ ਔਰ JP ਅਗਰਵਾਲ ਔਰ ਉਹਦੇ ਹੋਰ ਮੈਂਬਰ ਨੇ। ਹੁਣ ਕੀ ਲੱਗਦਾ ਹੈ, ਸੁਰਜੀਤ ਧਮਾਨ ਉਹਨਾਂ ਨੂੰ ਤਾਂ ਸਿੱਧਾ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਾ ਕੇ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ ਸੀ। ਅਨੁਸ਼ਾਸਨੀ ਕਮੇਟੀ ਹੁਣ ਬੈਠੀ ਹੈ, ਸੁਰਜੀਤ ਧਮਾਨ ਦੇ ਮਾਮਲੇ ਤੇ ਨਹੀਂ ਬੈਠੀ। ਹੁਣ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਅਨੁਸ਼ਾਸਨ ਕਮੇਟੀ ਦੀ ਕਾਰਵਾਈ ਨੂੰ ਕਿਵੇਂ ਵੇਖਦੇ ਹੋ? ਹੋਏਗਾ ਕੀ ਹੋ ਸਕਦਾ? ਦੇਖੋ ਡੱਲਾ ਜੀ, ਇਹ ਇੱਕ ਟਰਮ ਹੁੰਦੀ ਹੈ, ਕਾਂਗਰਸ ਇਸ ਤਰ੍ਹਾਂ ਲੱਗ ਰਿਹਾ ਇੱਕ ਕਿਸੇ ਵੀ ਗੱਲ ਨੂੰ ਸੰਜੀਦਗੀ ਨਾਲ ਨਹੀਂ ਦਿਖਾਉਣਾ। ਇਹ ਚਾਹੁੰਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਇੱਕ ਡਿਸਪਲਿਨਡ ਪਾਰਟੀ ਹੈ, ਅਨੁਸ਼ਾਸਨ ਦੇ ਵਿੱਚ ਰਹਿਣੀ ਹੈ, ਪਰ ਕਾਰਵਾਈ ਜਿਹੜੀ ਕਰ ਰਹੇ ਆ, ਜੋ ਇਹਨਾਂ ਦੀਆਂ ਗਤੀਵਿਧੀਆਂ ਨੇ, ਉਹ ਬਿਲਕੁਲ ਇਸ ਤੋਂ ਉਲਟ ਆ। ਤੁਸੀਂ ਦੇਖੋ, ਮੈਨੂੰ ਯਾਦ ਆ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਤੇ ਆਵਾਂ, ਉਸੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਨੀਲ ਜਾਖੜ ਉਹਨਾਂ ਨੂੰ ਨੋਟਿਸ ਕੀਤਾ, ਉਹਨਾਂ ਨੂੰ 2 ਸਾਲ ਲਈ ਬਾਹਰ ਕੀਤਾ, ਜਿਸ ਤਰ੍ਹਾਂ ਕਿ ਜਿਹੜੇ AK ਐਂਟਨੀ ਨੇ, ਸੀਨੀਅਰ ਮੈਂਬਰ ਨੇ ਕਾਂਗਰਸ ਦੇ, ਔਰ ਉਹ ਜਿਹੜੀ ਡਿਸਪਲਿਨਰੀ ਕਮੇਟੀ ਬਣਾਈ ਆ ਆਲ ਇੰਡੀਆ ਲੈਵਲ ਤੇ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਕਮੇਟੀ ਬਣਾਈ ਹੋਈ ਆ। ਉਹਨਾਂ ਨੇ ਨਾ ਕੇਵਲ ਸੁਨੀਲ ਜਾਖੜ ਨੂੰ, ਗੋਆ ਦੇ ਇੱਕ ਬੜੇ ਸੀਨੀਅਰ ਕਾਂਗਰਸ ਦੇ ਲੀਡਰ ਨੇ KV ਥਾਮਸ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਨੋਟਿਸ ਕੱਢਤਾ ਸੀਗਾ, ਔਰ ਸਮਝ ਨਹੀਂ ਸੀ ਆਉਂਦੀ, ਔਰ ਉਹਨਾਂ ਨੂੰ ਵੀ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਤਾ ਸੀ, ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਕੀਤਾ ਸੀ, ਤੇ ਦੋਨਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਅਹੁਦਾ ਨਹੀਂ ਸੀ ਜੀ। ਸੋ ਬੜੀ ਹਾਸੋਹੀਣੀ ਗੱਲ ਲੱਗਦੀ ਆ। ਬਿਲਕੁਲ ਪਾਰਟੀ ਨੂੰ, ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ, ਜਾਂ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਅਨੁਸ਼ਾਸਨ ਬਹੁਤ ਲਾਜ਼ਮੀ ਆ, ਜ਼ਰੂਰੀ ਆ, ਕਿਸੇ ਵੀ ਸੰਸਥਾ ਦੇ ਵਿੱਚ। ਜੀ ਜੀ, ਮੈਂ ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਬੀਬੀ ਸੋਨੀਆ ਗਾਂਧੀ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਸੁਨੀਲ ਜਾਖੜ ਕੋਲੇ ਕੋਈ ਅਹੁਦਾ ਨਹੀਂ। ਹੋ ਸਕਦਾ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਅਹੁਦਾ ਨਹੀਂ। ਕੋਈ ਵੱਡੀ ਗੱਲ ਨਹੀਂ, ਕਿਉਂਕਿ ਪਾਰਟੀ ਬਹੁਤ ਵੱਡੀ ਹੈ, ਬਹੁਤ ਵੱਡੇ ਵੱਡੇ ਪਾਰਟੀ ਅੱਗੇ ਮਸਲੇ ਨੇ। ਦੇਖੋ ਰਾਹੁਲ ਗਾਂਧੀ ਦਾ ਮਸਲਾ ਕਿੰਨਾ ਅੱਜ ਕੱਲ੍ਹ ਚਰਚਾ 'ਚ ਚੱਲ ਰਿਹਾ ਹੈ। ਹਾਲਾਂਕਿ ਮੈਂ ਰਾਹੁਲ ਗਾਂਧੀ ਦੇ ਉਸ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈ, ਜਿਹਦੇ ਤੇ BJP ਨੇ ਬਹੁਤ ਸਵਾਲ ਚੁੱਕੇ ਨੇ, ਅਸੀਂ ਉਹ ਤੇ ਕੋਈ ਸਵਾਲ ਨਹੀਂ ਚੱਕਦੇ। ਹਰ ਵਿਅਕਤੀ ਦੀ ਇੱਕ ਨਿੱਜਤਾ ਹੈ, ਔਰ ਰਾਹੁਲ ਗਾਂਧੀ ਦੇ ਉਸ ਦੌਰੇ ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ। ਪਰ ਆਪਾਂ ਇਸੇ ਗੱਲ ਤੇ ਵਾਪਸ ਮੋੜੀਏ। ਨਹੀਂ, ਪਹਿਲਾਂ ਤੁਹਾਡੀ ਇਸ ਗੱਲ ਤੇ ਵੀ ਤੁਸੀਂ ਬਿਲਕੁਲ ਡੱਲਾ ਜੀ, ਬਿਲਕੁਲ ਗੱਲ ਠੀਕ ਕਹੀ ਹੈ। ਦੇਖੋ, BJP ਦਾ ਤਾਂ ਇੱਕੋ ਇੱਕ ਮਕਸਦ ਆ ਕਿ ਰਾਹੁਲ ਗਾਂਧੀ ਨੂੰ
ਜਾਂ ਗਾਂਧੀ ਪਰਿਵਾਰ ਨੂੰ, ਚਾਹੇ ਉਹ ਪ੍ਰਿयंका ਗਾਂਧੀ ਹੋਵੇ, ਹਾਲਾਂਕਿ ਪ੍ਰਿयंका ਗਾਂਧੀ ਤੇ ਉਹ ਘੱਟ ਹਮਲੇ ਕਰਦੇ ਆ, ਜਾਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ, ਰਾਹੁਲ ਗਾਂਧੀ ਉਹਨਾਂ ਨੂੰ ਕਿਉਂਕਿ ਲੱਗਦੇ ਸੀ ਕਿ ਆਉਣ ਵਾਲੇ ਹੋ ਸਕਦਾ ਕਾਂਗਰਸ ਦੇ ਲੀਡਰ ਉਹ ਹੋਣ, ਹੋ ਸਕਦਾ ਭਾਰਤ ਦੇ ਪ੍ਰਧਾਨ ਮੰਤਰੀ ਹੋਣ, ਇਸ ਕਰਕੇ ਜਿੰਨਾ ਖਰਚਾ ਤਾਂ ਜਿੰਨੀ ਕੈਂਪੇਨ ਉਹਨਾਂ ਨੇ ਚਲਾਈ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਡਿਮੀਨ ਕਰੀਏ ਜਾਂ ਉਹਨਾਂ ਦਾ ਜਿਹੜਾ ਅਕਸ ਕਿਸ ਤਰ੍ਹਾਂ ਖਰਾਬ ਕਰੀਏ, ਉਹਦੀ ਐਗਜ਼ਾਮਪਲ ਜਿਹਦੀ ਜਾਗਦੀ ਜਿਹੜੀ ਉਦਾਹਰਨ ਆ ਉਹ ਬੀਜੇਪੀ ਆ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਖੈਰ ਇਸ ਗੱਲ ਤੇ ਬਾਹਰ ਆਵਾਂਗੇ, ਛੋਟੀ ਛੋਟੀ ਗੱਲ ਤੋਂ ਜਿਸ ਤਰ੍ਹਾਂ ਉਹ ਹਮਲੇ ਕਰਦੇ ਨੇ ਰਾਹੁਲ ਗਾਂਧੀ ਤੇ, ਉਹਨਾਂ ਦੀਆਂ ਸਪੀਚਿਸ ਨੂੰ ਡਿਸਟੋਰਟ ਕਰਕੇ ਦਿਖਾਉਂਦੇ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤੀ ਪਤਾ। ਲੇਕਿਨ ਜਿਹੜੀ ਅਸਲੀ ਗੱਲ ਤੇ ਜਿਹੜਾ ਆਪਣਾ ਅੱਜ ਦਾ ਮੁੱਦਾ ਆਪਾਂ ਉਸ ਤੇ ਵਾਪਸ ਆਉਂਦੇ, ਤੁਸੀਂ ਦੇਖੋ ਜਿਹੜੀ ਡਿਸਪਲਿਨਰੀ ਕਮੇਟੀ ਬੈਠੀ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਕਿਸੇ ਵੀ ਵਿਅਕਤੀ ਤੇ ਜਦੋਂ ਦੋਸ਼ ਲੱਗਦੇ ਨੇ ਡੱਲਾ ਜੀ, ਉਸ ਨੂੰ ਚਾਹੇ ਕੋਈ ਸਾਡੀਆਂ ਅਦਾਲਤਾਂ ਹੋਣ ਜਾਂ ਆਮ ਵੀ ਜਿਹੜਾ ਕੁਦਰਤੀ ਇੱਕ ਪ੍ਰਕਿਰਿਆ, ਉਸ ਵਿੱਚ ਵੀ ਕਹਿੰਦੇ ਆ ਕਿ ਜਿਸ ਤੇ ਦੋਸ਼ ਲੱਗਦੇ ਆ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਮਿਲਦਾ ਕਿ ਉਹ ਆਪਣੀ ਸਫਾਈ ਦੇ ਸਕਣ। ਮੇਰੀ ਜਾਣਕਾਰੀ ਦੇ ਅਨੁਸਾਰ ਹਜੇ ਤੱਕ ਨਵਜੋਤ ਸਿੰਘ ਸਿੱਧੂ ਨੂੰ ਸ਼ੋ ਕਾਜ਼ ਨੋਟਿਸ ਨਹੀਂ ਗਿਆ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ। ਇਹ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗਦੀ ਹੈ। ਸਭ ਤੋਂ ਪਹਿਲਾਂ ਕੋਈ ਵੀ ਪੋਲੀਟੀਕਲ ਪਾਰਟੀ ਹੈ, ਚਾਹੇ ਉਹ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ, ਕਾਂਗਰਸ ਤਾਂ ਫਿਰ ਆਪਾਂ ਨੂੰ ਪਤਾ 137 ਸਾਲ ਪੁਰਾਣੀ ਹੈ, ਇੰਨਾ ਇਹਦਾ ਪੁਰਾਣਾ ਇਤਿਹਾਸ ਆ, ਫਰੀडम ਮੂਵਮੈਂਟ ਨਾਲ ਜੁੜੀ ਰਹੀ ਆ। ਉਹ ਪਾਰਟੀ ਇੱਕ ਆਪਣੇ ਸਾਬਕਾ ਪ੍ਰਧਾਨ ਨੂੰ ਕੋਈ ਅਨੁਸ਼ਾਸਨਿਕ ਕਾਰਵਾਈ ਕਰਨਾ ਚਾਹੁੰਦੀ ਆ ਤੇ ਉਹਨੂੰ ਨੋਟਿਸ ਤੱਕ ਨਹੀਂ ਭੇਜਦੀ, ਤੇ ਆਉਣ ਵਾਲੇ 6 ਨੂੰ ਯਾਨੀ ਕਿ ਕੱਲ ਨੂੰ ਸ਼ੁੱਕਰਵਾਰ ਨੂੰ ਉਹ ਆਪਣੀ ਮੀਟਿੰਗ ਸੱਦ ਲੈਂਦੇ ਆ, ਜਿਸ ਵਿੱਚ ਇਹ ਫੈਸਲਾ ਉਹ ਲੈਣਗੇ ਕਿ ਨਵਜੋਤ ਸਿੰਘ ਸਿੱਧੂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ, ਜਾਂ ਫੈਸਲਾ ਲੈ ਹੀ ਲੈਣਗੇ ਉਹ। ਲੇਕਿਨ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਨਹੀਂ ਜਾਂਦਾ। ਔਰ ਅੱਜ ਮੈਨੂੰ ਉਹਨਾਂ ਦਾ ਟਵੀਟ ਬੜਾ ਇੱਕ ਪਸੰਦ ਆਇਆ ਜੀ, ਜਿਹੜਾ ਉਹਨਾਂ ਨੇ ਕੱਲ ਟਵੀਟ ਕੀਤਾ ਸੀ ਨਵਜੋਤ ਸਿੰਘ ਸਿੱਧੂ ਨੇ, ਜਿਸ ਵਿੱਚ ਉਹ ਕਹਿੰਦੇ ਆ, ਬਾਕੀ ਤੁਸੀਂ ਜ਼ਿਆਦਾ ਉਹਨੂੰ ਸਮਝਾ ਦਿਓ, ਥੋੜਾ ਲੈ ਨਾਲ ਦੱਸ ਦਿਓ। ਉਹਦਾ ਲਬੋ ਲਬਾਬ ਇਹ ਸੀ ਕਿ ਮੈਂ ਨਹੀਂ ਬੋਲਦਾ, ਮੈਂ ਖਾਮੋਸ਼ੀ ਨਾਲ ਲੋਕਾਂ ਦੀਆਂ ਗੱਲਾਂ ਸੁਣਦਾ, ਜੋ ਕਹਿੰਦੇ ਆ ਵਕਤ ਆ ਜਿਹੜਾ ਸਮਾਂ ਉਹ ਜਵਾਬ ਦਿੰਦਾ, ਮੈਂ ਉਸ ਦਾ ਇੰਤਜ਼ਾਰ ਕਰਦਾ। ਬਹੁਤ ਸੋਹਣੀ ਉਹਨਾਂ ਨੇ ਵਧੀਆ ਗੱਲ ਕੀ ਆ। ਔਰ ਵਕਤ ਤੋਂ ਵੱਡਾ ਜਵਾਬ ਕੋਈ ਵੀ ਵਿਅਕਤੀ ਨਹੀਂ ਦੇ ਸਕਦਾ। ਵਕਤ ਆਪਣੇ ਆਪ 'ਚ ਹੀ, ਸਮਾਂ ਆਪਣੇ ਆਪ ਹੀ ਇੱਕ ਬਹੁਤ ਵੱਡਾ ਜਵਾਬ ਹੁੰਦਾ। ਖੈਰ ਇਹ ਦੇਖਾਂਗੇ। ਲੇਕਿਨ ਨਾਲ ਦੀ ਨਾਲ ਮੈਂ ਤੁਹਾਨੂੰ ਇੱਥੇ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਡਿਸਪਲਿਨ ਦੀ ਗੱਲ ਕਰਦੇ ਆ ਤੇ ਫਿਰ ਨਵਜੋਤ ਸਿੰਘ ਸਿੱਧੂ ਜਿਸ ਦਿਨ ਰਾਜਾ ਵੜਿੰਗ ਹੋਣਾ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਹੁਦਾ ਸੰਭਾਲਿਆ, ਉਸ ਦਿਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ 3Ds ਦੀ ਗੱਲ ਕਰਦੇ ਹੋ, ਤੁਸੀਂ ਡਿਸਪਲਿਨ ਦੀ ਗੱਲ ਕਰਦੇ ਹੋ, ਡੈਡੀਕੇਸ਼ਨ ਦੀ ਗੱਲ ਕਰਦੇ ਹੋ, ਬਿਲਕੁਲ ਕਰੋ, ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ। ਪਰ ਜਿਹੜਾ ਡਿਸਪਲਿਨ ਆ ਉਹਨੂੰ ਸਿਲੈਕਟਿਵ ਨਾ ਕਰੋ, ਉਹਦੀ ਚੈਰੀ ਪਿਕਿੰਗ ਨਹੀਂ ਹੋਣੀ ਚਾਹੀਦੀ ਕਿ ਸਿਲੈਕਟਿਵਲੀ ਤੁਸੀਂ ਲਾਗੂ ਕਰਤਾ, ਤੁਹਾਨੂੰ ਨਾ ਉਹਦੇ ਵਿੱਚ ਰਾਣਾ ਗੁਰਜੀਤ ਨਜ਼ਰ ਆਉਂਦੇ ਨੇ, ਨਾ ਪ੍ਰਨੀਤ ਕੌਰ ਨਜ਼ਰ ਆਉਂਦੇ ਨੇ, ਨਾ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਨਜ਼ਰ ਆਉਂਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਨੇਤਾ ਨੇ। ਪਿਛਲੇ ਦਿਨਾਂ ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੋ ਤੁਸੀਂ ਯਾਦ ਕਰੋ, ਉਹ ਵੀ ਸਾਬਕਾ ਪ੍ਰਧਾਨ ਨੇ ਤੇ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਅਕਸਰ ਖੜਕਦੀ ਰਹੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ। ਉਹਨਾਂ ਨੇ ਕਿੰਨੇ ਵਿਅਕਤੀਆਂ ਦੇ ਨਾਮ ਲੈ ਕੇ ਦੱਸਿਆ ਸੀ ਔਰ ਉਹਨਾਂ ਨੇ ਇੱਥੋਂ ਤੱਕ ਇਲਜ਼ਾਮ ਲਾਏ ਸੀ ਕਿ ਕਾਂਗਰਸ ਨੇ ਟਿਕਟਾਂ ਵੇਚੀਆਂ। ਸੁਰਜੀਤ ਧਮਾਨ ਨੇ ਤਾਂ ਬਾਅਦ ਦੀ ਗੱਲ ਕੀਤੀ ਹੋਣੀ ਆ, ਜਾਂ ਹੋਰ ਵਿਅਕਤੀਆਂ ਨੇ, ਜਾਂ ਕੇਵਲ ਢਿੱਲੋਂ ਨੇ ਤਾਂ ਖੈਰ ਕੋਈ ਗੱਲ ਹੀ ਨਹੀਂ ਕੀਤੀ, ਜਾਂ ਅਮਰੀਕ ਸਿੰਘ ਢਿੱਲੋਂ ਨੇ ਕੋਈ ਗੱਲ ਨਹੀਂ ਕੀਤੀ। ਪਰ ਤੁਸੀਂ ਦੇਖੋ ਸ਼ਮਸ਼ੇਰ ਸਿੰਘ ਦੁੱਲੋ ਨੇ ਤਾਂ ਨਾਂ ਲੈ ਕੇ ਗੱਲ ਕੀਤੀ ਆ ਕਿ ਟਿਕਟਾਂ ਵੇਚੀਆਂ ਗਈਆਂ ਨੇ ਤੇ ਇਹਦੀ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ। ਤੇ ਉਹਨਾਂ ਨੇ ਏਕੇ ਐਂਟਨੀ ਨੂੰ ਲਿਖਿਆ ਸੀ ਕਿ ਤੁਸੀਂ ਇਸ ਦੀ ਕੋਈ ਇਨਕੁਆਇਰੀ ਕਰੋ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਤੇ ਉਹਨਾਂ ਨੇ ਤਮਾਮ ਉਹਨਾਂ ਨੇਤਾਵਾਂ ਦੇ ਨਾਂ ਲਿਖੇ ਸੀ, ਚਾਹੇ ਉਹ ਮਹਿੰਦਰ ਸਿੰਘ KP ਸੀ, ਚਾਹੇ ਉਹ ਲੀਡਰ ਸੀ ਜਿਹੜੇ ਛੱਡ ਕੇ ਚਲੇ ਗਏ ਆ, ਸਾਰਿਆਂ ਦੇ ਨਾਂ ਉਹਨਾਂ ਨੇ ਲਿਖ ਕੇ ਦੱਸਿਆ ਕਿ ਇਹਨਾਂ ਸਾਰੀ ਪਾਰਟੀ ਤੋਂ ਸਾਰੇ ਕਾਂਗਰਸੀ ਦੁਖੀ ਨੇ। ਔਰ ਬਹੁਤ ਸਾਰੇ ਜਿਹੜੇ ਲੀਡਰਸ ਨੇ, ਚਾਹੇ ਜਗਮੋਹਨ ਕੰਗ ਹੋਣ ਜਾਂ ਹੋਰ ਵੀ ਤਮਾਮ ਤਰ੍ਹਾਂ ਦੇ ਉਹਨਾਂ ਦੇ ਨਾਂ ਆਉਂਦੇ ਆ, ਉਹ ਕਿਸ ਤਰ੍ਹਾਂ ਇਗਨੋਰਡ ਫੀਲ ਕੀਤਾ। ਕੁਝ ਘਰੇ ਬਹਿ ਗਏ, ਕੁਝ ਨੇ ਦੂਸਰੀਆਂ ਪਾਰਟੀਆਂ ਜੁਆਇਨ ਕਰ ਲਈਆਂ। ਇਹਨਾਂ ਚੀਜ਼ਾਂ ਨੂੰ ਵਿਚਾਰਿਆ ਜਾਵੇ। ਸੋ ਕਦੇ ਕਾਂਗਰਸ ਦੀ ਹਾਈ ਕਮਾਂਡ ਨੇ, ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ, ਪ੍ਰਿयंका ਗਾਂਧੀ ਨੇ ਸੋਚਿਆ ਕਿ ਹਰੀਸ਼ ਚੌਧਰੀ ਦੀ ਕਾਰਗੁਜ਼ਾਰੀ ਤੇ ਵੀ ਥੋੜਾ ਜਿਹਾ ਅਸੀਂ ਉਹਨਾਂ ਦੀ ਅਸੈਸਮੈਂਟ ਕਰ ਲਈਏ। ਸੋ ਇਸ ਕਰਕੇ ਬੜੀ ਇੱਕ ਤਰਫਾ ਜੀ ਕਾਰਵਾਈ ਲੱਗਦੀ ਆ ਔਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਜੇ ਕੋਈ ਵੱਡਾ ਡਿਸਪਲਿਨਰੀ ਐਕਸ਼ਨ ਨਵਜੋਤ ਸਿੰਘ ਸਿੱਧੂ ਤੇ ਲੈ ਵੀ ਲੈਣ, ਹੋ ਸਕਦਾ ਬਹੁਤ ਸਾਰੇ ਲੋਕ ਜਿਹੜੇ ਇਸ ਟਾਈਮ ਚਾਹੁੰਦੇ ਨੇ ਕਿ ਉਹਨਾਂ ਤੇ ਐਕਸ਼ਨ ਹੋ ਜਾਊਗਾ, ਚਲੋ ਚੁੱਪ ਕਰ ਜਾਣਗੇ, ਸਾਨੂੰ ਸਾਹ ਮਿਲ ਜਾਊਗਾ, ਅਸੀਂ ਆਪਣੀ ਰਾਜਨੀਤੀ ਕਰ ਲਵਾਂਗੇ। ਲੇਕਿਨ ਮੈਨੂੰ ਲੱਗਦਾ ਉਹਨਾਂ ਲਈ ਜਿੰਨਾ ਉਹ ਐਕਸ਼ਨ ਲੈਣਗੇ, ਨਵਜੋਤ ਸਿੰਘ ਸਿੱਧੂ ਚਾਹੇ ਕਿਸ ਤਰ੍ਹਾਂ ਦੀ ਵੀ ਪੋਲਿਟਿਕਸ ਕਰਨ, ਉਹਨਾਂ ਦੀ ਰਾਹ ਸੌਖੀ ਨਹੀਂ ਹੋਣ ਵਾਲੀ, ਬਲਕਿ ਹੋਰ ਔਖੀ ਹੋਣ ਵਾਲੀ ਆ। ਮੰਨ ਲਓ ਇੱਕ ਕੋਈ ਹੋਰ ਨਵੀਂ ਪਾਰਟੀ ਬਣਾ ਲੈਂਦੇ ਨੇ ਉਹ,
ਤੇ ਉਹਦੇ ਨਾਲ ਕਾਂਗਰਸ ਦੀਆਂ ਮੁਸ਼ਕਲਾਂ ਵਧਣਗੀਆਂ, ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਲਗਭਗ ਸਥਾਪਿਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ, ਇੰਨੇ ਵੱਡੇ ਬਹੁਮਤ ਨਾਲ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵੀ ਹੋ ਸਕਦਾ ਕੱਲ ਨੂੰ ਥੋੜਾ ਬਹੁਤਾ ਉਭਾਰ ਹੋ ਜੇ। ਸੋ ਜਦੋਂ ਚਾਰੋਂ ਪਾਸੇ ਬੀਜੇਪੀ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਸੋ ਇਸ ਸੂਰਤ ਦੇ ਵਿੱਚ ਜੇ ਇੱਕ ਹੋਰ ਖੇਤਰੀ ਪਾਰਟੀ ਬਣ ਜਾਂਦੀ ਆ ਤੇ ਕਾਂਗਰਸ ਲਈ ਆਉਣ ਵਾਲੇ ਦਿਨ ਸੌਖੇ ਨਹੀਂ ਹੋਣਗੇ। ਹੋ ਸਕਦਾ ਬਹੁਤ ਸਾਰੇ ਕਾਂਗਰਸੀ ਛੱਡ ਕੇ ਉਸ ਨਵੀਂ ਪਾਰਟੀ, ਜੇ ਕੱਲ ਨੂੰ ਕੋਈ ਬਣਦੀ ਆ ਤਾਂ, ਮੈਂ ਆਪਸ਼ਨਸ ਦੀ ਗੱਲ ਕਰ ਰਿਹਾ, ਕਿਉਂਕਿ ਬਿਲਕੁਲ ਠੀਕ ਹੈ, ਨਵਜੋਤ ਸੰਭਾਵਨਾ ਤੇ। ਜੀ ਸੰਭਾਵਨਾ। ਕਿਉਂਕਿ ਅਨੁਸ਼ਾਸਨੀ ਕਮੇਟੀ ਦੇਖੋ, ਮੈਨੂੰ ਲੱਗਦਾ ਦੋ ਕੰਮ ਕਰ ਸਕਦੀ ਹੈ ਅਨੁਸ਼ਾਸਨੀ ਕਮੇਟੀ। ਜਾਂ ਤਾਂ ਨੋਟਿਸ ਜਾਰੀ ਕਰੇਗੀ, ਜਾਂ ਸਿੱਧਾ, ਅਗਰ ਮੈਨੂੰ ਨਹੀਂ ਲੱਗਦਾ ਕਿ ਨੋਟਿਸ ਨਹੀਂ ਜਾਰੀ ਕਰੇਗੀ, ਮੈਨੂੰ ਲੱਗਦਾ ਨੋਟਿਸ ਜਾਰੀ ਕਰੇਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਕਾਫੀ ਵੱਡੇ ਕੱਦ ਦੇ ਲੀਡਰ ਨੇ। ਔਰ ਅਗਰ ਕਾਂਗਰਸ ਪਾਰਟੀ ਨੋਟਿਸ ਵੀ ਨਹੀਂ ਜਾਰੀ ਕਰਦੀ ਤੇ ਕੋਈ ਵੱਡਾ ਫੈਸਲਾ ਕਰ ਦਿੰਦੀ ਹੈ, ਤੇ ਫਿਰ ਉਹਦੇ ਨਾਲ ਕਾਂਗਰਸ ਤੇ ਸਵਾਲ ਖੜੇ ਹੋਣਗੇ, ਡਿਸਪਲਿਨਰੀ ਕਮੇਟੀ ਤੇ ਸਵਾਲ ਖੜੇ ਹੋਣਗੇ। ਫਿਰ ਜਿਹੜੇ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਨੇ 22-23, ਜਿਨ੍ਹਾਂ ਨੂੰ G23 ਵੀ ਅੱਜ ਕੱਲ੍ਹ ਲੋਕ ਕਹਿੰਦੇ ਨੇ, ਫਿਰ ਉਹ ਵੀ ਇਸ ਗੱਲ ਨੂੰ ਅੱਗੇ ਲੈ ਕੇ ਜਾਣਗੇ। ਪਰ ਮੈਨੂੰ ਲੱਗਦਾ ਹੈ ਹੋ ਸਕਦਾ ਨੋਟਿਸ ਜਾਰੀ ਹੋਵੇ, ਬਾਕੀ ਕੁਝ ਪਤਾ ਨਹੀਂ ਕਾਂਗਰਸ ਦੇ ਵੱਡੇ ਲੀਡਰਾਂ ਦਾ, ਅਨੁਸ਼ਾਸਨੀ ਕਮੇਟੀ ਦਾ, ਕਿਉਂਕਿ ਕਾਂਗਰਸ ਦੇ ਫੈਸਲੇ ਬੜੇ ਅਨਪ੍ਰੈਡਿਕਟੇਬਲ ਜਿਹੇ ਹੁੰਦੇ ਨੇ। ਮੰਨ ਲਿਆ ਜਾਵੇ ਕਿ ਨੋਟਿਸ ਜਾਰੀ ਹੋਏਗਾ, ਅਗਰ ਨੋਟਿਸ ਨਹੀਂ ਜਾਰੀ ਹੁੰਦਾ ਤੇ ਫਿਰ ਕਾਰਵਾਈ ਦਾ ਸਿਫਾਰਿਸ਼ ਹੋਏਗੀ ਸੋਨੀਆ ਗਾਂਧੀ ਨੂੰ। ਇਹ ਦੋ ਸੂਰਤਾਂ ਦੇ ਵਿੱਚੋਂ ਇੱਕ ਸੂਰਤ ਤਾਂ ਹੋ ਸਕਦੀ ਹੈ। ਪਰ ਇੱਕ ਗੱਲ ਮੈਂ ਛੋਟੀ ਜਿਹੀ ਲੈ ਕੇ ਫਿਰ ਅੱਗੇ ਵਧੂੰਗਾ। ਕੱਲ ਨਵਜੋਤ ਸਿੰਘ ਸਿੱਧੂ ਗੁਰਵਿੰਦਰ ਅਟਵਾਲ ਨੂੰ ਵੀ ਮਿਲੇ, ਉਹਨਾਂ ਦੇ ਘਰ ਲੰਚ ਦਾ ਪ੍ਰੋਗਰਾਮ ਸੀ, ਉਹਨਾਂ ਦੇ ਘਰ ਗਏ, ਉਹ ਆਪ ਗਏ, ਲੰਚ ਕੀਤਾ, ਪੰਜਾਬ ਦੇ ਮੁੱਦਿਆਂ ਤੇ ਪਤਾ ਲੱਗਿਆ, ਗੱਲਬਾਤ ਕੀਤੀ। ਪਰ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਦੇਖ ਕੇ ਰੰਧਾਵਾ ਜੀ, ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਹ ਮੰਨ ਰਹੇ ਨੇ ਕਿ ਉਹ ਤਾਂ ਕੋਈ ਅਨੁਸ਼ਾਸਨ ਹੀ ਨਹੀਂ ਭੰਗ ਕਰ ਰਹੇ, ਜਾਂ ਉਹ ਆਪਣੇ ਮੁੱਦਿਆਂ ਤੇ ਲੜਾਈ ਲੜ ਰਹੇ ਨੇ, ਜਾਂ ਕਿਤੇ ਕੋਈ ਭੈ ਭੀਤ ਨੇ ਵੀ ਅਨੁਸ਼ਾਸਨੀ ਚਿੱਠੀ ਲਿਖੀ ਗਈ, ਅਨੁਸ਼ਾਸਨੀ ਕਾਰਵਾਈ ਹੋ ਰਹੀ ਹੈ? ਕੋਈ ਅਸਰ ਨਵਜੋਤ ਸਿੰਘ ਸਿੱਧੂ ਤੇ ਇਸ ਕਾਂਗਰਸ ਦੀ ਇਸ ਐਕਸਰਸਾਈਜ਼ ਦਾ, ਡਿਸਪਲਿਨ ਦੀ ਜਿਹੜੀ ਗੱਲ ਹੋ ਰਹੀ ਹੈ ਕਾਂਗਰਸ? ਦੇਖੋ ਡੱਲਾ ਜੀ, ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋਂ ਕਾਂਗਰਸ ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਨਾਲ ਕਰ ਰਹੀ ਆ, ਜਿਸ ਤਰ੍ਹਾਂ ਦਾ ਬਿਹੇਵੀਅਰ ਆ ਉਹਨਾਂ ਦਾ ਨਵਜੋਤ ਸਿੰਘ ਸਿੱਧੂ ਨਾਲ, ਉਹ ਕਾਫੀ ਸਮੇਂ ਤੋਂ ਉਹਨਾਂ ਦੇ ਨਾਲ ਨਿਰਾਸ਼ ਨੇ। ਉਹ ਸਿਰਫ ਇੱਕ ਉਸ ਤਰ੍ਹਾਂ ਦੇ, ਜਿਸ ਤਰ੍ਹਾਂ ਕਹਿੰਦੇ ਇੱਕ ਸਮਝੌਤੇ ਦੇ ਵਿੱਚ ਬੰਨੇ ਹੋਏ ਨੇ, ਜਾਂ ਇੱਕ ਡਿਸਪਲਿਨ ਨਾਲ ਬੰਨੇ ਹੋਏ ਨੇ ਕਿ ਉਹਨਾਂ ਨੂੰ ਰਾਹੁਲ ਗਾਂਧੀ ਨੇ, ਪ੍ਰਿਯੰਕਾ ਗਾਂਧੀ ਨੇ ਪਾਰਟੀ ਦੇ ਵਿੱਚ ਲੈ ਕੇ ਆਂਦਾ। ਪ੍ਰਸ਼ਾਂਤ ਕਿਸ਼ੋਰ ਨੇ ਕਈ ਵਾਰੀ ਉਹਨਾਂ ਨਾਲ 70 ਵਾਰੀ ਉਹ ਅਕਸਰ ਕਹਿੰਦੇ ਆ ਗੱਲ ਕੀਤੀ, ਉਸ ਤੋਂ ਬਾਅਦ ਆਉਂਦੇ ਨੇ। ਸਿਰਫ ਸ਼ਾਇਦ ਉਸੇ ਸਬੰਧ ਕਰਕੇ ਉਹ ਹਜੇ ਤੱਕ ਕਈ ਗੱਲਾਂ ਕਰਕੇ ਚੁੱਪ ਨੇ। ਨਹੀਂ ਤਾਂ ਤੁਸੀਂ ਦੇਖੋ ਜਿਸ ਹਿਸਾਬ ਨਾਲ ਉਹਨਾਂ ਨੂੰ ਵਾਅਦੇ ਕੀਤੇ ਗਏ ਸੀ, ਪ੍ਰੋਮਿਸਿਸ ਕੀਤੇ ਗਏ ਸੀ, ਔਰ ਉਹ ਸਾਰੇ ਦੇ ਸਾਰੇ ਪ੍ਰੋਮਿਸਿਸ ਤੋੜੇ ਗਏ, ਸਾਰੇ ਦੇ ਸਾਰੇ ਵਾਅਦੇ ਤੋੜੇ ਗਏ, ਔਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਵੀ ਨਹੀਂ ਰਹਿਣ ਦਿੱਤਾ ਗਿਆ। ਉਸ ਦਾ ਵੀ ਕੋਈ ਰੀਜ਼ਨ ਨਹੀਂ ਦੱਸਿਆ, ਔਰ ਲਗਾਤਾਰ ਪਾਰਟੀ ਦੇ ਬਹੁਤ ਸਾਰੇ ਨੇਤਾ ਉਹਨਾਂ ਤੇ ਹਮਲੇ ਕਰਦੇ ਰਹੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੋਂ ਤੱਕ ਉਹਨਾਂ ਨੇ ਫਰੰਗੀ ਕਹਿਤਾ ਸੀ, ਉਹਨਾਂ ਨੂੰ ਕਹਿਤਾ ਸੀ ਕਿ ਇਹਨਾਂ ਨੂੰ ਤੇ ਕਾਂਗਰਸ ਦੀ ਜਿਹੜੀ ਕਾਂਗਰਸ ਨੂੰ ਇਹਨਾਂ ਦੀ ਲੋੜ ਹੀ ਨਹੀਂ ਹੈ। ਉਸ ਟਾਈਮ ਨਵਜੋਤ ਸਿੰਘ ਸਿੱਧੂ ਬਕਾਇਦਾ ਪ੍ਰਧਾਨ ਸੀ, ਲੇਕਿਨ ਕੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋਈ? ਰਵਨੀਤ ਬਿੱਟੂ, ਅਕਸਰ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੁੰਦੀ ਆ ਬਹੁਤ ਆਬਜੈਕਸ਼ਨੇਬਲ ਹੁੰਦੀ ਆ। ਇੱਥੋਂ ਤੱਕ ਕਿ ਉਹਨਾਂ ਨੇ ਕਾਂਗਰਸ ਦੇ ਨੇਤਾਵਾਂ ਦੀ, ਕੁਝ ਨੇਤਾਵਾਂ ਦੀ ਜਿਹੜੀ ਕੰਪੈਰੀਜ਼ਨ ਸੀ, ਉਹ ਗਧਿਆਂ ਘੋੜਿਆਂ ਨਾਲ ਕਰਤਾ ਸੀ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਵਜੂਦ ਵੀ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਡਿਸਪਲਿਨਰੀ ਐਕਸ਼ਨ ਨਹੀਂ ਲਿਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਤੁਹਾਨੂੰ ਉਦਾਹਰਨਾਂ ਮਿਲ ਜਾਣਗੀਆਂ। ਲੇਕਿਨ ਉਹੀ ਗੱਲ ਆਉਂਦੀ ਆ, ਬਾਰ-ਬਾਰ ਅਸੀਂ ਮੁੜ ਕੇ ਆਉਂਦੇ ਆ ਕਿ ਜਿਹੜੀ ਪਿਕ ਐਂਡ ਚੂਜ਼ ਪਾਲਿਸੀ ਆ ਉਹ ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ। ਔਰ ਜਿਹੜਾ ਤੁਹਾਡਾ ਮੂਲ ਸਵਾਲ ਆ, ਦੇਖੋ ਨਵਜੋਤ ਸਿੰਘ ਸਿੱਧੂ ਭਲੀ ਭਾਂਤੀ ਜਾਣਦੇ ਆ ਕਿ ਕਾਂਗਰਸ ਦੇ ਵਿੱਚ ਜ਼ਿਆਦਾਤਰ ਨੇਤਾ ਲਗਭਗ 90-95% ਉਹਨਾਂ ਦੇ ਖਿਲਾਫ ਨੇ, ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਟਕਸਾਲੀ ਕਾਂਗਰਸੀ ਆ। ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਕਿ ਜਿਹੜੀ ਲੜਾਈ ਉਹ ਲੜ ਰਹੇ ਨੇ, ਜਿਸ ਮਾਫੀਆ ਦੇ ਖਿਲਾਫ ਉਹ ਲੜ ਰਹੇ ਨੇ, ਜੋ ਮਾਫੀਆ ਮੁਕਤ ਉਹ ਰਾਜ ਪੰਜਾਬ 'ਚ ਚਾਹੁੰਦੇ ਨੇ, ਜ਼ਿਆਦਾਤਰ ਕਾਂਗਰਸੀ ਉਸ ਦੇ ਹੱਕ 'ਚ ਨਹੀਂ ਆ। ਹਾਂ ਚਾਹ ਜ਼ਰੂਰ ਮਿਲਾ ਦਿੰਦੇ ਆ, ਕਿਉਂਕਿ ਉਹਨਾਂ ਨੇ ਵੀ ਪੋਲਿਟਿਕਸ ਕਰਨੀ ਆ, ਪਰ ਅੰਦਰੋਂ ਖਾਤੇ ਉਹ ਕਿਤੇ ਨਾ ਕਿਤੇ ਬਿਲਕੁਲ ਨਵਜੋਤ ਸਿੰਘ ਸਿੱਧੂ ਨਾਲ ਸਹਿਮਤ ਨੇ। ਅੰਦਰੋਂ ਖਾਤੇ ਕਾਂਗਰਸ 'ਚ ਕਈ ਲੋਕ ਅੰਦਰੋਂ ਖਾਤੇ ਪਰੇਸ਼ਾਨ ਨੇ, ਕਿਉਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕੈਪਟਨ ਵੇਲੇ ਤੋਂ ਕਾਂਗਰਸ 'ਚ ਬੜੇ ਘਟਾਲੇ ਹੋਏ, ਸਿਟੀ ਸੈਂਟਰ ਘਟਾਲਾ ਹੋਇਆ ਜੀ। ਚਲੋ ਕੈਪਟਨ ਅਮਰਿੰਦਰ ਨੂੰ ਕਲੀਨ ਚਿਟ ਮਿਲ ਗਈ, ਪਰ ਉਹ ਘਟਾਲਾ ਤਾਂ ਘਟਾਲਾ ਸੀ ਨਾ। ਉਹ ਹਜੇ ਤੱਕ ਵੀ ਜਿਹੜਾ ਸਿਟੀ ਸੈਂਟਰ ਪ੍ਰੋਜੈਕਟ ਸੀ ਨੇਪਰੇ ਨਹੀਂ ਚੜਿਆ, ਉਹ ਸਾਡੇ ਸਟੇਟ ਦਾ ਪੈਸਾ ਸੀ। ਉੱਥੇ ਜਿਹੜੇ ਸਰੀਏ ਉੱਥੇ ਲੱਗੇ ਪਏ ਨੇ ਗਲ ਗਏ। ਮੈਂ ਕਈ ਵਾਰੀ ਦੇਖਦਾ ਹੁੰਦਾ ਜਾ ਕੇ,
ਉੱਥੇ ਇੰਨਾ ਪੈਸਾ ਸਟੇਟ ਦਾ ਲੱਗਿਆ ਸੀ, ਉਹ ਗਲ ਗਏ ਸਰੀਏ, ਉਹ ਨੁਕਸਾਨ ਹੋ ਗਿਆ। ਘੁਟਾਲਾ ਤਾਂ ਸੀ, ਉਹ ਬਹੁਤ ਵੱਡਾ ਘੁਟਾਲਾ ਸੀ। ਹੁਣ ਜੀ ਪਿਛਲੇ 5 ਸਾਲ ਦੇ ਰਾਜ 'ਚ ਕੈਪਟਨ ਅਮਰਿੰਦਰ ਨੇ ਆਪ ਹੀ ਕਹਿਤਾ ਸੀ ਵੀ ਕਿੰਨੇ ਐਮਐਲਏ ਇਹੋ ਜਿਹੇ ਕੰਮਾਂ 'ਚ ਇਨਵੋਲਵ ਸੀ, ਮੈਂ ਤਾਂ ਬੀਬੀ ਸੋਨੀਆ ਗਾਂਧੀ ਨੂੰ ਕਿਹਾ ਸੀ ਕਾਰਵਾਈ ਕਰ ਦਿਓ। ਸੋ ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਵੀ ਮੰਨਦੇ ਸੀ ਵੀ ਕੁਝ ਨਾ ਕੁਝ ਤਾਂ ਮਾਫੀਆ ਕਾਂਡ ਚੱਲ ਰਿਹਾ ਸੀ। ਹੁਣ ਉਹੀ ਸਿੱਧੂ ਕਹਿ ਰਿਹਾ ਵੀ ਪਿਛਲੇ 5 ਸਾਲ ਦੇ ਮਾਫੀਆ ਦਾ ਸਾਨੂੰ ਨੁਕਸਾਨ ਹੋਇਆ, ਕਾਂਗਰਸ ਦੀ ਸਰਕਾਰ ਮਾਫੀਆ ਨੂੰ ਕੰਟਰੋਲ ਨਹੀਂ ਕਰ ਸਕੀ। ਫਿਰ ਜਿਹੜੇ ਨੋਟ ਕਹਿੰਦੇ 10 ਕਰੋੜ ਕੈਸ਼ ਗਿਣੇ ਗਏ ਇੱਕ ਲੀਡਰ ਦੇ ਰਿਸ਼ਤੇਦਾਰ ਤੋਂ, ਅਸੀਂ ਤਾਂ ਸੋਚ ਹੀ ਨਹੀਂ ਸਕਦੇ ਵੀ ਚੋਣਾਂ ਤੋਂ ਪਹਿਲਾਂ ਇੱਕ ਐਡੇ ਵੱਡੇ ਲੀਡਰ ਦੇ ਰਿਸ਼ਤੇਦਾਰ ਕੋਲੋਂ 10 ਕਰੋੜ ਜਾਂ ਉਹਨਾਂ ਦੇ ਹੋਰ ਮਿਲਾ ਕੇ ਦੋਸਤ ਮਿੱਤਰ 10 ਕਰੋੜ ਕੈਸ਼ ਨਿਕਲਿਆ ਵੇ। 10 ਕਰੋੜ ਕੈਸ਼, ਮੈਨੂੰ ਲੱਗਦਾ ਜੇ ਹੱਥ ਨਾਲ ਬੰਦਾ ਗਿਣਨ ਲੱਗੇ 10 ਕਰੋੜ ਕੈਸ਼, ਆਪਣੇ ਵਰਗਾ ਬੰਦਾ ਮਨਪ੍ਰੀਤ ਰੰਧਾਵਾ ਜੀ, ਤੇ ਮੈਨੂੰ ਲੱਗਦਾ 6 ਮਹੀਨੇ ਲੱਗ ਜਾਣ ਨੋਟ ਗਿਣਦਿਆਂ ਨੂੰ, ਹੱਥ ਨਾਲ ਗਿਣਨੇ ਹੋਣ ਤਾਂ। ਮਤਲਬ ਇੰਨੇ ਜ਼ਿਆਦਾ। ਤੇ ਉਸ ਤੋਂ ਬਾਅਦ ਵੀ ਅਗਰ ਕੋਈ ਕਾਂਗਰਸ ਇੰਟਰਨਲ ਜਾਂਚ ਨਾ ਕਰਾਵੇ ਵੀ ਭਾਈ ਸਾਡੇ ਕਿਸੇ ਨੇ ਕਰਪਸ਼ਨ ਕੀਤੀ ਹੈ ਜਾਂ ਨਹੀਂ ਕੀਤੀ, ਤੇ ਜੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਿ ਮਾਫੀਆ ਭਾਈ ਜਾਂਚ ਕਰ ਲਓ, ਇਹ ਵੀ ਇੱਕ ਫੈਕਟਰ ਹੈ ਹਾਰਨ ਦਾ, ਪਰ ਉਹ ਕੋਈ ਮੰਨ ਕੇ ਰਾਜੀ ਨਹੀਂ, ਤੇ ਫਿਰ ਸਵਾਲ ਖੜੇ ਹੁੰਦੇ ਆ। ਦੇਖੋ ਕਾਂਗਰਸ ਦਾ ਨੁਕਸਾਨ ਕਰਪਸ਼ਨ ਦੇ ਐਲੀਗੇਸ਼ਨਾਂ ਨੇ ਕੀਤਾ। ਅੰਨਾ ਹਜ਼ਾਰੇ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਸੀ, ਸਾਡੇ ਇੰਨੇ ਕਾਬਲ ਇਮਾਨਦਾਰ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਜੀ, ਲੇਕਿਨ ਹੇਠਾਂ ਕਿੰਨੇ ਮੰਤਰੀਆਂ ਤੇ ਇਲਜ਼ਾਮ ਲੱਗੇ, ਕਾਮਨਵੈਲਥ ਘੁਟਾਲੇ ਦੇ ਇਲਜ਼ਾਮ ਲੱਗੇ, 2G 3G। ਉਹ ਠੀਕ ਹੈ ਅਦਾਲਤਾਂ 'ਚ ਕੋਈ ਸਾਬਤ ਹੋਇਆ ਜਾਂ ਨਹੀਂ ਹੋਇਆ, ਉਹ ਤਾਂ ਸਿਟੀ ਸੈਂਟਰ ਘੁਟਾਲਾ ਵੀ ਨਹੀਂ ਸਾਬਤ ਹੋਇਆ, ਪਰ ਜਿਹੜੇ ਇਹ ਘੁਟਾਲਿਆਂ ਦੇ ਇਲਜ਼ਾਮ ਹੈ ਇਹ ਵੀ ਨਹੀਂ ਆਉਣੇ ਚਾਹੀਦੇ। ਹੁਣ ਨਰਿੰਦਰ ਮੋਦੀ ਦੀ ਸਰਕਾਰ ਤੇ ਕਿੰਨੀ ਕੁ ਵਾਰ ਉਂਗਲਾਂ ਉੱਠੀਆਂ ਨੇ ਘੁਟਾਲੇ ਦੀਆਂ, ਰਾਫੇਲ ਤੋਂ ਇਲਾਵਾ ਕਦੀ ਸਵਾਲ ਵੀ ਨਹੀਂ ਉੱਠਿਆ ਕਿਸੇ ਹੋਰ ਮੁੱਦੇ ਤੇ। ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਇਹੋ ਜਿਹੀ ਗੱਲ ਹੋਈ ਹੋਵੇ, ਜਦਕਿ ਉਹ ਦੂਸਰੀ ਟਰਮ ਐਜ਼ ਏ ਪ੍ਰਾਈਮ ਮਿਨਿਸਟਰ ਆਪਣੀ ਸਰਵ ਕਰ ਰਹੇ ਨੇ। ਸੋ ਮਨਮੋਹਨ ਸਿੰਘ ਹੋਣਾ ਵੇਲੇ ਕਿੰਨੇ ਇਲਜ਼ਾਮ ਕਾਂਗਰਸ ਤੇ ਕਰਪਸ਼ਨ ਦੇ ਖੜੇ ਹੋਏ। ਸੋ ਕਾਂਗਰਸ ਦਾ ਨੁਕਸਾਨ ਕਾਂਗਰਸ ਦੇ ਉਹਨਾਂ ਲੀਡਰਾਂ ਨੇ ਕੀਤਾ ਜਿਹੜੇ ਜਾਂ ਤਾਂ ਕਰਪਸ਼ਨ 'ਚ ਰਹੇ ਜਾਂ ਕਰਪਸ਼ਨ ਦੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਉਹ ਕਰਪਟ ਸੀ ਜਾਂ ਨਹੀਂ ਸੀ, ਇਹ ਤਾਂ ਚਲੋ ਅਦਾਲਤਾਂ ਦਾ ਮਾਮਲਾ ਹੈ। ਅੱਗੇ ਵਧਦੇ ਹਾਂ। ਕੈਪਟਨ ਅਮਰਿੰਦਰ ਦੀ ਮੀਟਿੰਗ ਹੋਈ, ਮਨਪ੍ਰੀਤ ਰੰਧਾਵਾ ਜੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਨਾਲ। ਨਗਰ ਨਿਗਮ ਚੋਣਾਂ ਲੜਨੀਆਂ ਨੇ ਹੁਣ। ਕੈਪਟਨ ਅਮਰਿੰਦਰ ਔਰ ਬੀਜੇਪੀ ਨਗਰ ਨਿਗਮਾਂ ਚੋਣਾਂ ਦੇ ਵਿੱਚ ਕੀ ਭਵਿੱਖ ਦੇਖਦੇ ਹੋ? ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਰਾਜਾ ਵੜਿੰਗ ਦਾ ਵੀ ਟੈਸਟ ਹੋਏਗਾ, ਨੌਜਵਾਨ ਪ੍ਰਧਾਨ ਹੈ ਕਾਂਗਰਸ ਦਾ, ਔਰ ਦੂਜੇ ਪਾਸੇ ਅਕਾਲੀ ਦਲ। ਸੋ ਸਾਰਿਆਂ ਦਾ ਟੈਸਟ ਹੈ ਕਾਰਪੋਰੇਸ਼ਨ ਦੀਆਂ ਚੋਣਾਂ। ਜੀ ਦੇਖੋ ਟੱਲਾ ਜੀ, ਇਸ ਤੋਂ ਪਹਿਲਾਂ ਮੈਂ ਇਸ ਗੱਲ ਤੇ ਆਵਾਂ। ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਗੁਰਵਿੰਦਰ ਸਿੰਘ ਅਟਵਾਲ ਦੀ, ਜਿਹੜੇ ਨੂਰਮਹਿਲ ਤੋਂ ਦੁਆਬੇ ਦੇ ਇੱਕ ਲੀਡਰ ਆ ਕਾਂਗਰਸ ਦੇ। ਉਹ ਆਪਾਂ ਗੱਲ ਨਹੀਂ ਕਰ ਸਕੀ, ਐਮਐਲਏ ਵੀ ਰਹੇ ਆ, ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਆ। ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਣੀ, ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੀਡਰਸ ਨੂੰ ਨਵਜੋਤ ਸਿੰਘ ਸਿੱਧੂ ਮਿਲ ਰਹੇ ਨੇ ਅੱਜ ਕੱਲ੍ਹ, ਜਿਹੜੇ ਜਾਂ ਤਾਂ ਘਰੇ ਬੈਠ ਗਏ ਨੇ ਨਿਰਾਸ਼ ਹੋ ਕੇ, ਜਾਂ ਬਿਲਕੁਲ ਇਨਐਕਟਿਵ ਹੋ ਗਏ ਨੇ, ਪੋਲਿਟਿਕਸ ਦੇ ਵਿੱਚ ਨਹੀਂ ਆ। ਸੋ ਇਸ ਕਰਕੇ ਉਹਨਾਂ ਦੇ ਨਾਲ ਮਿਲਣਾ, ਇਹ ਮੈਨੂੰ ਲੱਗਦਾ ਬਹੁਤ ਇੱਕ ਅਹਿਮ ਡਿਵੈਲਪਮੈਂਟ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਨੇਤਾਵਾਂ ਨੂੰ ਮਿਲ ਸਕਦੇ ਨੇ ਜਿਨ੍ਹਾਂ ਨੂੰ ਉਹ ਵਾਪਸ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ ਐਕਟਿਵ ਉਹਨਾਂ ਨੂੰ ਜਿਹੜਾ ਰੋਲ ਨਿਭਾਉਣ ਲਈ ਜ਼ਰੂਰ ਪ੍ਰੇਰਿਤ ਕਰਨਗੇ। ਉਹ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਰੋਲ ਉਹਨਾਂ ਤੋਂ ਨਿਭਾਉਂਦੇ ਨੇ। ਹੁਣ ਜਿਹੜਾ ਤੁਹਾਡਾ ਮੂਲ ਜਿਹੜਾ ਇੱਕ ਹੋਰ ਸਵਾਲ ਤੁਸੀਂ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਗੁਰਵਿੰਦਰ ਅਟਵਾਲ ਦੀ ਪਿਛਲੇ ਸਮੇਂ 'ਚ ਉਹਨਾਂ ਦੀ ਭੂਮਿਕਾ ਕਹਿੰਦੇ ਬਹੁਤ ਵੱਡੀ ਰਹਿੰਦੀ ਹੈ ਦੁਆਬੇ 'ਚ। ਪਿਛਲੇ ਸਮਿਆਂ 'ਚ ਵੀ ਉਹ ਬੜੇ ਪ੍ਰਭਾਵੀ ਰਹੇ ਲੀਡਰ ਦੁਆਬੇ ਦੇ ਵਿੱਚ। ਤੇ ਕੀ ਇਹਦੇ ਨਾਲ ਦੁਆਬੇ 'ਚ ਪੋਲੀਟੀਕਲ ਸਮੀਕਰਨ ਨੇ ਜਿਹੜੇ ਉਹ ਥੋੜੇ ਬਹੁਤੇ ਤਬਦੀਲ ਹੋਣਗੇ ਗੁਰਵਿੰਦਰ ਅਟਵਾਲ ਅਗਰ ਐਕਟਿਵ ਹੁੰਦੇ ਨੇ ਤਾਂ? ਨਹੀਂ, ਹਜੇ ਕੁਝ ਕਹਿਣਾ ਇਹਦੇ ਬਾਰੇ ਮੁਸ਼ਕਿਲ ਆ, ਕਿਉਂਕਿ ਕਾਫੀ ਦੇਰ ਤੋਂ ਉਹ ਇਨਐਕਟਿਵ ਨੇ, ਉਹ ਬਹੁਤ ਜ਼ਿਆਦਾ ਪੋਲਿਟਿਕਸ ਨੇ। ਹੁਣ ਕਿੰਨਾ ਕੁ ਉਹ ਪ੍ਰਭਾਵਸ਼ਾਲੀ ਰਹਿੰਦੇ ਨੇ, ਜੋ ਪਤਾ ਲੱਗਿਆ ਸਮਾਜ ਸੇਵਾ ਦੇ ਕੰਮਾਂ 'ਚ ਉਹ ਲਗਾਤਾਰ ਰੁੱਝੇ ਰਹੇ ਨੇ। ਜੀ 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 ਪਿਛਲੇ ਕਾਫੀ ਸਮੇਂ ਤੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਸੋ ਆਉਣ ਵਾਲੇ ਦਿਨਾਂ 'ਚ ਉਹ ਕਿੰਨਾ ਕੁ ਸੰਪਰਕ ਲੋਕਾਂ ਦੇ ਨਾਲ ਸਾਧ ਪਾਉਂਦੇ ਨੇ, ਆਪਣੇ ਵੋਟਰਸ ਨੂੰ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਚਾਹੁੰਦੇ ਨੇ, ਇਹ ਸਮਾਂ ਦੱਸੂਗਾ। ਲੇਕਿਨ ਜਦੋਂ ਤੁਸੀਂ ਦੁਬਾਰਾ ਐਕਟਿਵ ਕਿਸੇ ਵੀ ਪੋਲੀਟੀਸ਼ੀਅਨ ਲਈ, ਕਿਸੇ ਵੀ ਸਿਆਸਤਦਾਨ ਲਈ ਇਹ ਕੰਮ ਕੋਈ ਬਹੁਤ ਔਖਾ ਨਹੀਂ ਹੁੰਦਾ, ਕਿਉਂਕਿ ਪਹਿਲਾਂ ਉਹਨਾਂ ਦੇ ਵਿੱਚ ਵਿਚਰਦੇ ਨੇ। ਹੁਣ ਵੀ ਉਹ ਚਾਹੇ ਇਨਐਕਟਿਵ ਹੋਣ, ਲੋਕਾਂ ਦੇ ਵਿੱਚ ਉਹ ਵਿਚਰਦੇ ਹੋਣੇ ਆ। ਸੋ ਜੇ ਉਹ ਸਮਝਣਗੇ ਕਿ ਉਹਨਾਂ ਲਈ ਇਹ ਸਮਾਂ ਆ ਗਿਆ ਹੁਣ ਦੁਬਾਰਾ ਪੋਲਿਟਿਕਸ ਦੇ ਵਿੱਚ ਐਕਟਿਵ ਹੋਣ ਦਾ, ਤੇ ਹੋ ਸਕਦੇ ਆ। ਉਹਦਾ ਪ੍ਰਭਾਵ ਕਿੰਨਾ ਕੁ ਹੋਏਗਾ ਉਹ ਸਮਾਂ ਦੱਸੇਗਾ। ਦੂਸਰੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੀ ਹੁਣ ਦੁਬਾਰਾ ਗੱਠਜੋੜ ਇਸ ਕਰਕੇ ਹੋ ਰਿਹਾ ਕਿ ਜਿਹੜੀਆਂ ਨਗਰ ਨਿਗਮ ਦੀਆਂ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਰਲ ਕੇ ਹਿੱਸਾ ਲੈਣ, ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ।
ਉਹ ਇਸ ਕਰਕੇ ਹੈਰਾਨ ਕਰਨ ਵਾਲੀ ਆ ਕਿ ਜਿਹੜੇ ਸਾਡੇ ਵਿਧਾਨ ਸਭਾ ਦੇ ਰਿਜ਼ਲਟਸ ਆਏ ਨੇ, ਉਹ ਰਿਜ਼ਲਟ ਨਾ ਤਾਂ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਗਏ ਆ, ਨਾ ਭਾਜਪਾ ਦੇ ਹੱਕ 'ਚ ਗਏ ਆ, ਨਾ ਇੱਕ ਇਹਨਾਂ ਦਾ ਤੀਜਾ ਧਿਰ ਇਹਨਾਂ ਦੇ ਨਾਲ ਰਲਿਆ ਸੀ ਸੁਖਦੇਵ ਸਿੰਘ ਢੀਂਡਸਾ ਦਾ, ਉਹਨਾਂ ਨੂੰ ਵੀ ਇਸ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਸਮਰਥਨ ਨਹੀਂ ਮਿਲਿਆ। ਔਰ ਜਦੋਂ ਤੁਸੀਂ ਯਾਦ ਕਰੋ 10 ਮਾਰਚ ਨੂੰ ਸਾਡੇ ਰਿਜ਼ਲਟ ਆਉਂਦੇ ਨੇ, ਉਸ ਤੋਂ ਬਾਅਦ ਕਿਉਂਕਿ ਭਾਜਪਾ ਨੂੰ ਕੇਵਲ 2 ਸੀਟਾਂ ਆਉਂਦੀਆਂ ਤੇ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਕੱਦ ਦੇ ਲੀਡਰ ਮੰਨਦੇ ਸੀ ਜਾਂ ਕਿਹਾ ਜਾਂਦਾ ਸੀ ਉਹਨਾਂ ਬਾਰੇ, ਉਹ ਆਪਣੀ ਸੀਟ ਵੀ ਹਾਰ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਉਹਨਾਂ ਤੇ ਉਂਗਲਾਂ ਉੱਠਣ ਲੱਗ ਗਈਆਂ ਸੀ ਕਿ ਇਹਨਾਂ ਨੇ ਤਾਂ ਬਾਹਰ ਆ ਕੇ ਕੈਂਪੇਨ ਹੀ ਨਹੀਂ ਕੀਤੀ, ਇਹ ਬਿਲਕੁਲ ਇਨਐਕਟਿਵ ਰਹੇ, ਇਹ ਬਾਹਰ ਨਿਕਲੇ ਹੀ ਨਹੀਂ, ਲੋਕਾਂ ਦੇ ਵਿੱਚ ਵਿਚਰੇ ਨਹੀਂ, ਸੋ ਇਹਨਾਂ ਦਾ ਸਾਨੂੰ ਫਾਇਦਾ ਕੀ ਹੋਇਆ। ਔਰ ਬਹੁਤ ਸਾਰੇ ਲੋਕਾਂ ਨੇ, ਭਾਜਪਾ ਦੇ ਲੋਕਾਂ ਨੇ ਇਹ ਟਿੱਪਣੀਆਂ ਕੀਤੀਆਂ ਸੀ ਕਿ ਇਹ ਸਾਡੇ ਤੇ ਲਾਇਬਿਲਿਟੀ ਬਣ ਗਏ ਆ, ਸੋ ਸਾਨੂੰ ਇਹਨਾਂ ਦੇ ਨਾਲ ਗੱਠਜੋੜ ਤੋੜ ਲੈਣਾ ਚਾਹੀਦਾ। ਪਰ ਆ ਜਿਹੜੀ ਹੁਣ ਨਵੀਂ ਡਿਵੈਲਪਮੈਂਟ ਹੋਈ ਹੈ, ਇਹ ਬੜੀ ਹੈਰਾਨ ਕਰਨ ਵਾਲੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਕਿ ਭਾਜਪਾ ਦੀ ਦੇਖੋ ਇੱਕ ਆਪਣੀ ਲੀਡਰਸ਼ਿਪ ਜਾਂ ਉਹਨਾਂ ਨੂੰ ਗੱਠਜੋੜ ਲਈ ਜਿਹੜੇ ਨਵੇਂ ਪਾਰਟੀਆਂ ਚਾਹੀਦੀਆਂ, ਉਸ ਦੀ ਇੱਕ ਬੜੀ ਬੈਂਕਰਪਸੀ ਆ, ਉਸ ਦੀ ਬੜੀ ਸ਼ਾਰਟੇਜ ਆ, ਉਹਨਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਨਵਾਂ ਸਮੀਕਰਨ ਨਹੀਂ ਬਣ ਰਿਹਾ। ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਬਹੁਤ ਸਾਰੇ ਸਿੱਖ ਲੀਡਰਸ ਨੂੰ ਮਿਲ ਰਹੇ ਆ, 3 ਲਗਾਤਾਰ ਉਹ ਮਹੀਨਾ ਛੱਡ ਕੇ ਮੁਲਾਕਾਤਾਂ ਕਰ ਚੁੱਕੇ ਨੇ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਸਿੱਖ ਲੀਡਰਸ ਨੇ ਆਪਣੇ ਵੱਖਰੇ ਫੀਲਡਸ ਦੇ ਵਿੱਚੋਂ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਹਜੇ ਤੱਕ ਭਾਜਪਾ ਕੋਈ ਚੰਗੀ ਲੀਡਰਸ਼ਿਪ ਪੈਦਾ ਨਹੀਂ ਕਰ ਸਕੀ। ਅਸ਼ਵਨੀ ਸ਼ਰਮਾ ਨੂੰ ਤੁਸੀਂ ਕਹਿ ਸਕਦੇ ਹੋ ਪ੍ਰਧਾਨ ਆ, ਪਰ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਭਾਜਪਾ ਨੇ ਹਜੇ ਤੱਕ ਕੋਈ ਚੰਗਾ ਨਾ ਤਾਂ ਰੋਲ ਨਿਭਾਇਆ, ਨਾ ਹੀ ਲੋਕਾਂ ਦਾ ਸਮਰਥਨ ਹਾਸਲ ਕੀਤਾ। ਇਸ ਦੇ ਨਾਲ ਹੀ ਜਿਹੜੇ ਇਸ ਟਾਈਮ 80 ਵਰ੍ਹਿਆਂ ਦੇ ਹੋ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ, ਮੈਨੂੰ ਨਹੀਂ ਲੱਗਦਾ ਕਿ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕੋਈ ਭਾਜਪਾ ਨੂੰ ਜਾਂ ਆਪਣੇ ਲਈ ਕੋਈ ਸੀਟਾਂ ਬਹੁਤੀਆਂ ਦਵਾ ਪਾਉਣਗੇ। ਵੈਸੇ ਵੀ ਆਮ ਆਦਮੀ ਪਾਰਟੀ ਦਾ ਹਜੇ ਨਵੀਂ ਪਾਰਟੀ ਆਈ ਹੈ, ਪ੍ਰਭਾਵ ਪੂਰਾ, ਔਰ ਜਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ, ਗਲਤੀਆਂ ਵੀ ਹੋ ਰਹੀਆਂ ਨੇ, ਨਵੇਂ ਫੈਸਲੇ ਵੀ ਲੈ ਰਹੇ ਨੇ, ਐਕਸਪੈਰੀਮੈਂਟ ਵੀ ਕਰ ਰਹੇ ਨੇ, ਹਰ ਤਰ੍ਹਾਂ ਦੀ ਚੀਜ਼ਾਂ ਕਰ ਰਹੇ ਆ। ਸੋ ਲੋਕਾਂ ਦੇ ਮਨਾਂ ਤੇ ਹਜੇ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦਾ ਪ੍ਰਭਾਵ ਪੂਰੀ ਤਰ੍ਹਾਂ, ਜੇ ਕੋਈ ਇਹ ਸੋਚੇ ਕਿ ਇਸ ਸਿਰਫ 47-48 ਦਿਨਾਂ ਦੇ ਵਿੱਚ ਪ੍ਰਭਾਵ ਚਲਾ ਗਿਆ, ਤੇ ਮੈਨੂੰ ਲੱਗਦਾ ਉਹ ਬੜੇ ਗਲਤ ਫਹਿਮੀ ਚ ਜੀ। ਬਿਲਕੁਲ ਠੀਕ ਹੈ। ਸੋ ਆ ਜਿਹੜੀਆਂ ਚੋਣਾਂ ਨੇ ਬਹੁਤ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਲੜੂਗੀ, ਔਰ ਭਗਵੰਤ ਮਾਨ ਕਿਉਂਕਿ ਪਿਛਲੇ 1-2 ਦਿਨਾਂ ਦੇ ਜਿੰਨੇ ਉਹ ਖੁਸ਼ ਨਜ਼ਰ ਆਏ ਨੇ, ਮੈਨੂੰ ਲੱਗਦਾ ਕਿ ਉਹ ਕਾਫੀ ਰਿਲੀਫ ਮਹਿਸੂਸ ਕਰ ਰਹੇ ਨੇ, ਜਾਂ ਇੰਜ ਕਹਿ ਲਈਏ ਕਿ ਹੌਲੀ ਹੌਲੀ ਉਹਨਾਂ ਦੇ ਹੱਥ ਪੂਰੀ ਸਥਿਤੀ, ਜਾਂ ਆਪਾਂ ਕਹਿੰਦੇ ਆ ਨਾ ਵੀ ਕੰਟਰੋਲ ਆਉਣ ਲੱਗ ਗਿਆ। ਕਈ ਵਾਰੀ ਜਦੋਂ ਆਪਾਂ ਨਵੀਂ ਗੱਡੀ ਸਿੱਖਦੇ ਹਾਂ ਤੇ ਕੰਟਰੋਲ ਆ ਜਾਂਦਾ। ਹਾਂਜੀ, ਕੀ ਕਹਿਣਾ ਚਾਹ ਰਹੇ ਹੋ? ਬਿਲਕੁਲ ਤੁਹਾਡੀ ਕੰਟਰੋਲ ਤੋਂ ਮੈਂ ਕਿਹਾ ਸੀ, ਮੈਨੂੰ ਕਿਤੇ ਗੱਲ ਭੁੱਲ ਨਾ ਜਾਵੇ। ਤੁਸੀਂ ਯਾਦ ਹੋਣਾ ਜਦੋਂ ਸਤੌਜ ਜਾਂਦੇ ਆ, ਬਾਕੀ ਤਾਂ ਆਪਾਂ ਗੱਲ ਕਰ ਲਈ ਸੀ, ਉਹ ਕਹਿੰਦੇ ਆ ਅਸੀਂ ਬਹੁਤ ਸਾਰੇ ਜਿਹੜੇ ਪੁਰਾਣੇ ਲੀਡਰ ਨੇ, ਮੰਤਰੀ ਨੇ, ਉਹਨਾਂ ਦੇ ਕਾਗਜ਼ ਇਕੱਠੇ ਕਰਨ ਲੱਗੇ ਹੋਏ ਆ, ਔਰ ਅਸੀਂ ਕਾਗਜ਼ ਇਕੱਠੇ ਕਰ ਰਹੇ ਆ ਤੇ ਪਤਾ ਨਹੀਂ ਕਿਹਦੇ ਤੇ ਬੁਲਡੋਜ਼ਰ ਚੱਲ ਜੇ। ਇਹ ਜਿਹੜੀਆਂ ਉਹਨਾਂ ਦੀਆਂ 2 ਗੱਲਾਂ ਬੜੀਆਂ ਮਹੱਤਵਪੂਰਨ, ਲੋਕੀ ਹੋ ਸਕਦਾ ਮਜ਼ਾਕ ਦੇ ਵਿੱਚ ਲੈਣ, ਪਰ ਮੈਨੂੰ ਲੱਗਦਾ ਇਹਦੇ ਪਿੱਛੇ ਬੜਾ ਇੱਕ ਸੰਜੀਦਾ ਸੰਦਰਭ ਆ। ਕਿਉਂਕਿ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਕਿ ਦੇਖੋ ਆ ਜਿਹੜੇ ਮੰਤਰੀ ਨੇ ਇਹ ਕਿੰਨਾ ਕੁ ਪਾਵਰ ਦੇ ਲਾਲਚੀ ਨੇ। ਜਿਹੜੇ ਸਾਬਕਾ ਮੰਤਰੀ ਨੇ ਜਾਂ ਐਮਐਲਏ ਨੇ, ਨਾ ਤਾਂ ਆਪਣੀਆਂ ਗੱਡੀਆਂ ਮੋੜਦੇ ਆ, ਨਾ ਆਪਣੇ ਘਰ ਮੋੜਦੇ ਆ, ਯਾਨੀ ਕਿ ਕਿਸੇ ਚੀਜ਼ ਨੂੰ ਇਹ ਚਿੰਬੜ ਜਾਣ ਉਸ ਨੂੰ ਛੱਡ ਕੇ ਰਾਜੀ ਨਹੀਂ ਹੈ। ਇੱਥੋਂ ਪਤਾ ਲੱਗਦਾ ਹੈ ਕਿ ਬਹੁਤ ਘੱਟ ਲੀਡਰ ਨੇ ਜਿਹੜੇ ਤੁਰੰਤ ਆਪਣੀਆਂ ਕੋਠੀਆਂ ਖਾਲੀ ਕਰ ਦਿੰਦੇ ਨੇ ਜਦੋਂ ਮੰਤਰੀ ਦਾ ਅਹੁਦਾ ਛੱਡਦੇ ਨੇ, ਜਾਂ ਸਮੇਂ ਬਹੁਤ ਇਹੋ ਜਿਹੀ ਗੱਲ ਨਹੀਂ ਵੀ ਇੱਕਾ ਦੁੱਕਾ ਨੇ, ਕਈ ਨੇ, ਬਹੁਤ ਸਾਰੇ ਨੇ ਇਹੋ ਜਿਹੇ ਜਿਨ੍ਹਾਂ ਬਾਰੇ ਮੈਨੂੰ ਪਤਾ ਹੈ ਕਿ ਉਹ, ਪਰ ਠੀਕ ਹੈ ਸਾਰੇ ਨਹੀਂ ਨੇ। ਤੇ ਜਿਹੜੇ ਹਜੇ ਵੀ ਨਹੀਂ ਕੋਠੀਆਂ ਖਾਲੀ ਕਰ ਰਹੇ, ਫਲੈਟ ਖਾਲੀ ਕਰ ਰਹੇ, ਦੇਖੋ ਇੱਕ ਮੈਂ ਹੋਰ ਪਤਾ ਕੀਤਾ ਸੀ ਕਿ ਅਗਰ ਕੋਈ ਐਮਐਲਏ, ਵਿਧਾਇਕ ਜਾਂ ਮੰਤਰੀ ਕੋਠੀ ਇੱਕ ਨਿਸ਼ਚਿਤ ਸਮੇਂ ਤੱਕ ਖਾਲੀ ਨਹੀਂ ਕਰਦਾ ਤੇ ਫਿਰ ਉਹਦੀ ਰਾਸ਼ੀ ਕਾਫੀ ਦੇਣੀ ਪੈਂਦੀ ਹੈ, ਉਹਦੇ ਤੇ ਪੈਨਲਟੀ ਵੀ ਲੱਗਦੀ ਹੈ, ਪਰ ਫਿਰ ਵੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜਾ ਅਗਲਾ ਵਿਧਾਇਕ ਹੈ ਜਾਂ ਅਗਲਾ ਮੰਤਰੀ ਹੈ, ਤਾਂ ਕਿ ਉਹ ਆਪਣੀ ਕੋਠੀ ਲੈ ਸਕੇ, ਕਿਉਂਕਿ ਕੈਂਪ ਆਫਿਸ ਵੀ ਅੱਜ ਕੱਲ੍ਹ ਕੋਠੀਆਂ 'ਚ ਬਣਾਉਂਦੇ ਨੇ ਮੰਤਰੀ, ਤੇ ਫਿਰ ਤਾਂ ਕਿ ਉਹ ਆਪਣਾ ਕੰਮ ਕਰ ਸਕਣ। ਸੋ ਲੋਕਾਂ ਦੇ ਕੰਮ ਜਿਹੜੇ ਨੇ ਉਹ ਨਾ ਰੁਕਣ। ਪਰ ਭਗਵੰਤ ਮਾਨ ਨੇ ਜਿਹੜੀ ਗੱਲ ਕੀਤੀ ਹੈ, ਉਹ ਗੱਲ ਮੈਂ ਵੀ ਸੁਣੀ ਆ, ਉਹ ਗੱਲ ਦਾ ਸੁਨੇਹਾ ਬੜੀ ਦੂਰ ਤੱਕ ਜਾਂਦਾ ਹੈ, ਔਰ ਇਹ ਤਾਂ ਗੱਲ ਜਗ ਜ਼ਾਹਰ ਹੈ ਮਨਪ੍ਰੀਤ ਜੀ ਕਿ ਬਹੁਤ ਸਾਰੇ ਪੁਰਾਣੀ ਸਰਕਾਰ ਦੇ ਮੰਤਰੀ, ਸਰਕਾਰ ਨਹੀਂ ਸਰਕਾਰਾਂ ਦੇ ਮੰਤਰੀ, ਉਹਨਾਂ ਦੇ ਰਿਕਾਰਡ ਖੰਗਾਲਣ ਦੇ ਲਈ ਕੋਈ ਖਾਸ ਟੀਮਾਂ ਕਹਿੰਦੇ ਲਾਈਆਂ ਗਈਆਂ, ਜਿਹੜੀਆਂ ਜਾਂਚ ਕਰ ਰਹੀਆਂ ਨੇ ਵੀ ਕਿਹੜੇ ਮੰਤਰੀ ਦਾ ਕਿੱਥੋਂ ਕੋਈ ਇਹੋ ਜਿਹਾ ਸਾਨੂੰ ਸਮਾਨ ਮਿਲਦਾ ਹੈ। ਸਮਾਨ ਭਾਵ ਕੋਈ ਕਮਜ਼ੋਰ ਕੜੀ, ਕਿਤੇ ਕਰਪਸ਼ਨ ਹੋਈ ਹੋਵੇ, ਕਿਤੇ ਕਿਸੇ ਨੂੰ ਫਾਇਦਾ ਕਰਾਇਆ ਹੋਵੇ, ਉਹ ਸਮਾਨ ਕਹਿ ਦਿੰਦੇ ਆਪਣੇ। ਸੋ ਉਹ ਸਮਾਨ ਲੱਭ ਰਹੇ ਨੇ ਪੁਰਾਣੇ ਮੰਤਰੀਆਂ ਦਾ,
ਤੇ ਕਹਿੰਦੇ ਲਿਸਟਾਂ ਬਣਨ ਲੱਗ ਗਈਆਂ। ਸੋ ਕਈ ਸਮਾਨ ਵੀ ਕਈ ਮੰਤਰੀਆਂ ਦੇ ਉਹ ਨਜ਼ਰ ਚ ਆਏ ਨੇ। ਹੁਣ ਉਹ ਕੱਪੜ ਛਾਂਚ ਨੇ, ਉਹਨਾਂ ਨੂੰ ਫਿਲਟਰ ਕਰਕੇ ਦੇਖ ਰਹੇ ਨੇ ਵੀ ਸੱਚਮੁੱਚ ਘਪਲਾ ਘੁਟਾਲਾ ਹੋਇਆ ਹੈ ਜਾਂ ਮਦਦ ਕੀਤੀ ਗਈ ਹੈ ਪਿੱਛੇ ਰਹਿ ਕੇ। ਸੋ ਬੜੀਆਂ ਤਰ੍ਹਾਂ ਦੀਆਂ ਕਹਿੰਦੇ ਚੀਜ਼ਾਂ ਖੰਗਾਲ ਰਹੇ ਨੇ। ਔਰ ਉਹ ਵੀ ਕਹਿੰਦੇ ਦਿਨ ਦੂਰ ਨਹੀਂ, ਮਹੀਨਾ ਕਹਿ ਰਹੇ ਨੇ ਕਿ ਮਹੀਨੇ ਕੁ ਬਾਅਦ ਸ਼ਾਇਦ ਵਿਜੀਲੈਂਸ ਹੈ ਜਿਹੜੀ ਉਹ ਅਚਾਨਕ ਖਬਰ ਸਵੇਰੇ ਆਵੇ ਕਿ ਵਿਜੀਲੈਂਸ ਨੇ ਇਸ ਸਾਬਕਾ ਮੰਤਰੀ ਦੇ ਘਰੇ ਸਵੇਰੇ ਸਵੇਰੇ ਰੇਡ ਕਰਤੀ। ਸੋ ਉਹ ਵੀ ਚੀਜ਼ਾਂ ਦੀਆਂ ਕਹਿੰਦੇ ਤਿਆਰੀਆਂ ਹੋ ਰਹੀਆਂ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਸਰਕਾਰਾਂ ਦੀ ਫੰਕਸ਼ਨਿੰਗ ਦੇਖ ਕੇ, ਅਫਸਰਾਂ ਦੇ ਕੰਮ ਕਰਨ ਦੀ ਸ਼ੈਲੀ ਦੇਖ ਕੇ ਸਮਝ ਜਾਂਦੇ ਨੇ ਕਿ ਇਹ ਅਫਸਰ ਜਿਸ ਟਾਰਗੇਟ ਤੇ ਲੱਗੇ ਨੇ, ਮਿਸ਼ਨ ਤੇ ਲੱਗੇ ਨੇ, ਇਹ ਮਿਸ਼ਨ ਕਿਸ ਦਿਸ਼ਾ 'ਚ ਜਾ ਕੇ ਕੰਪਲੀਟ ਹੋਣਾ ਤੇ ਇਸ ਮਿਸ਼ਨ ਦੇ ਪਿੱਛੇ ਕੌਣ ਹੋ ਸਕਦਾ। ਸੋ ਤੁਸੀਂ ਵੀ ਸਮਝਦੇ ਹੋ, ਲੋਕ ਵੀ ਸਮਝਦੇ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਪਸ਼ਨ ਬਹੁਤ ਵੱਡਾ ਘੁਣਾ ਹੈ। ਸੋ ਇਸ ਕਰਕੇ ਕਰਪਸ਼ਨ ਹਰ ਹਾਲਤ 'ਚ ਖਤਮ ਹੋਣੀ ਚਾਹੀਦੀ ਹੈ ਔਰ ਘੱਟੋ ਘੱਟ ਜਿਹੜੀ ਟੋਲਰੈਂਸ ਹੈ ਉਹ ਕਰਪਸ਼ਨ ਦੇ ਪ੍ਰਤੀ ਰਹਿਣੀ ਚਾਹੀਦੀ ਹੈ। ਆਖਰੀ ਸਵਾਲ ਲਊਂਗਾ। ਸੁਖਬੀਰ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਕਰਤੀ, ਮਨਪ੍ਰੀਤ ਰੰਧਾਵਾ ਜੀ ਕੱਲ, ਔਰ ਇੱਕ ਵਾਰ ਫਿਰ ਉਹਨਾਂ ਨੇ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਉਹ ਚੁੱਕਿਆ। ਸੋ ਇਸ ਤੋਂ ਇਲਾਵਾ ਕਈ ਮਸਲਿਆਂ ਤੇ ਸੁਖਬੀਰ ਬਾਦਲ ਉਹਨਾਂ ਨੇ ਗੱਲ ਕੀਤੀ। ਇਸ ਸਰਕਾਰ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ, ਕਿਸਾਨੀ ਦੇ ਹੱਕ ਦੀਆਂ ਵੀ ਗੱਲਾਂ ਕੀਤੀਆਂ ਨੇ। ਸੁਖਬੀਰ ਬਾਦਲ ਦਾ ਕਾਫੀ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਨਾ, ਕੀ ਇਹ ਮਹਿਸੂਸ ਕਰੀਏ ਵੀ ਹੁਣ ਅਕਾਲੀ ਦਲ ਵੀ, ਜਿਵੇਂ ਰਾਜਾ ਵੜਿੰਗ ਹੋਣੀ ਤਾਂ ਮੈਦਾਨ 'ਚ ਨਿਤਰ ਆਏ, ਰਾਜਾ ਵੜਿੰਗ, ਪ੍ਰਤਾਪ ਬਾਜਵਾ ਵੀ ਮੈਮੋਰੰਡਮ ਦੇ ਕੇ ਆਏ ਗਵਰਨਰ ਨੂੰ, ਫੰਕਸ਼ਨ ਕਰਨ ਲੱਗ ਗਏ, ਪਟਿਆਲੇ ਵੀ ਜਾ ਕੇ ਆਏ, ਚਲੋ ਮੱਥਾ ਵੀ ਟੇਕ ਕੇ ਆਏ। ਨਵਜੋਤ ਸਿੰਘ ਸਿੱਧੂ ਚੋਣਾਂ ਦੇ ਰਿਜ਼ਲਟ ਵਾਲੇ ਦਿਨ ਤੋਂ ਹੀ ਐਕਟਿਵ ਨੇ। ਬੀਜੇਪੀ ਵਾਲੇ ਵੀ ਕਹਿੰਦੇ ਅਸੀਂ ਬਸ ਬਹੁਤ ਜਲਦੀ ਧਰਨੇ ਸ਼ੁਰੂ ਕਰ ਰਹੇ ਹਾਂ ਸਰਕਾਰ ਦੇ ਖਿਲਾਫ, ਬਿਜਲੀ ਅੰਦੋਲਨ ਵੀ ਕਰ ਸਕਦੇ ਨੇ। ਅਕਾਲੀ ਦਲ ਹਜੇ ਕੋਈ ਪ੍ਰੋਗਰਾਮ ਨਹੀਂ ਸੀ ਦੇ ਸਕਿਆ। ਕੀ ਲੱਗਦਾ ਸੁਖਬੀਰ ਬਾਦਲ ਦਾ ਪ੍ਰੈਸ ਕਾਨਫਰੰਸ ਕਰਨ ਆਉਣਾ, ਕੀ ਤਿਆਰੀ ਹੈ ਅਕਾਲੀ ਦਲ ਨਵੇਂ ਸਿਰੇ ਤੋਂ ਮੈਦਾਨ 'ਚ ਆਉਣ ਲਈ? ਕਿਉਂਕਿ 2024 ਨੂੰ ਜੇ ਅੱਜ ਗੱਲ ਕਰੀਏ ਤਾਂ 2 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ। ਅੱਜ 2 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ 2024 ਨੂੰ, ਚੋਣਾਂ ਤੋਂ ਬਾਅਦ ਸਰਕਾਰ ਬਣਨ ਤੱਕ ਨੂੰ। ਜੀ ਡੱਲਾ ਜੀ, ਮੈਂ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖੀ ਸੀ ਸੁਖਬੀਰ ਸਿੰਘ ਬਾਦਲ ਦੀ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਾਫੀ ਦੇਰ ਤੋਂ ਬਾਅਦ ਉਹ ਕੋਈ ਕਿਸੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਪਰ ਜਿਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਚਾਹੀਦੀ ਸੀ, ਉਨੀ ਪ੍ਰਭਾਵਸ਼ਾਲੀ ਹੈ ਨਹੀਂ ਸੀ। ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਬੰਦੀ ਸਿੰਘ ਆ, ਉਹਨਾਂ ਦਾ ਹਮੇਸ਼ਾ ਮਸਲਾ ਚੱਕਦੇ ਰਹੇ ਨੇ, ਕੋਈ ਅੱਜ ਨਹੀਂ ਚੱਕ ਰਹੇ। ਕਈ ਵਾਰੀ ਉਹਨਾਂ ਨੇ ਆਪਣੀਆਂ ਪ੍ਰੈਸ ਰਿਲੀਜ਼ਸ ਦੇ ਕੇ ਜਾਂ ਕੋਈ ਸਟੇਟਮੈਂਟਸ ਦੇ ਕੇ ਉਹਨਾਂ ਦੇ ਅਮੂਮਨ ਜਿਹੜੇ ਉਹਨਾਂ ਦੇ ਲੀਡਰਸ ਨੇ ਉਹ ਇਸ ਦੇ ਹੱਕ ਦੇ ਵਿੱਚ ਬੋਲਦੇ ਰਹਿੰਦੇ ਆ। ਉਮੀਦ ਕੀਤੀ ਜਾਂਦੀ ਸੀ ਕਿ ਕੋਈ ਵੱਡਾ ਖੁਲਾਸਾ ਕਰਨਗੇ, ਪਰ ਉਹਨਾਂ ਦੇ ਆਮ ਤੌਰ ਤੇ ਉਸੇ ਤਰ੍ਹਾਂ ਦੇ ਦੋਸ਼ ਸੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਕਿ ਦੇਖੋ ਜੀ ਇਹ ਬੰਦੀ ਸਿੰਘਾਂ ਲਈ ਕੁਝ ਕਰ ਨਹੀਂ ਰਹੇ, ਇਹ ਜਿਹੜੇ ਪ੍ਰੋਫੈਸਰ ਭੁੱਲਰ ਨੇ ਉਹਨਾਂ ਦੀ ਰਿਹਾਈ ਲਈ ਨਹੀਂ ਕੁਝ ਕਰ ਰਹੇ। ਉਹ ਚਾਹੁੰਦੇ ਨੇ ਕਿ ਇੱਕ ਮਾਸ ਮੂਵਮੈਂਟ ਚਲਾਈ ਜਾਵੇ, ਸਾਰੇ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਜਿਹੜੇ ਲਾਈਕ ਮਾਈਂਡਡ ਬੰਦੇ ਨੇ ਉਹ ਇਕੱਠੇ ਹੋ ਕੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਉਣ। ਇਸੇ ਤਰ੍ਹਾਂ ਉਹ ਚਾਹੁੰਦੇ ਨੇ ਕਿ ਬਲਵੰਤ ਸਿੰਘ ਰਾਜੋਆਣਾ, ਉਹਨਾਂ ਤੇ ਵੀ ਕੋਈ ਸਰਕਾਰ ਫੈਸਲਾ ਲਵੇ, ਕੇਂਦਰ ਸਰਕਾਰ ਜਲਦੀ ਫੈਸਲਾ ਲਵੇ। ਔਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਕਿਸੇ ਖਾਸ ਪਾਰਟੀ ਤੋਂ ਹੋਵੇ, ਅਸੀਂ ਸਾਰੀਆਂ ਪਾਰਟੀਆਂ ਆਪਣੇ ਜਿਹੜੇ ਮਤਭੇਦ ਆ ਉਹ ਭੁਲਾ ਕੇ ਵੀ ਇਕੱਠੇ ਹੋ ਸਕਦੇ ਹਾਂ ਇਸ ਚੀਜ਼ ਤੋਂ। ਸੋ ਇਹੋ ਜਿਹੀਆਂ ਤਮਾਮ ਗੱਲਾਂ ਤਾਂ ਉਹਨਾਂ ਨੇ ਕੀਤੀਆਂ, ਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਉਹ ਛੱਡ ਪਾਏ। ਇਸ ਚੀਜ਼ ਨੂੰ ਉਹਨਾਂ ਨੂੰ ਦੇਖਣਾ ਪਊਗਾ। ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਯਾਦ ਆ ਜਿਸ ਤਰ੍ਹਾਂ ਦੀ ਉਹਨਾਂ ਨੇ ਭਗਵੰਤ ਮਾਨ ਹੋਣਾ ਤੇ ਟਿੱਪਣੀ ਕਰਤੀ ਸੀ, ਉਸ ਦੀ ਵੀ ਬੜੀ ਬਾਅਦ ਦੇ ਵਿੱਚ ਆਲੋਚਨਾ ਹੋਈ ਸੀ। ਬਿਲਕੁਲ, ਉਹ ਸ਼ਰਾਬ ਵਾਲੀ ਟਿੱਪਣੀ ਕੀਤੀ ਸੀ, ਮੈਂ ਉਹਦੇ ਖਿਲਾਫ ਸੀ। ਮੈਂ ਉਦੋਂ ਵੀ ਮੈਨੂੰ ਲੱਗ ਰਿਹਾ ਸੀ ਵੀ ਸ਼ਾਇਦ ਇਹ ਟਿੱਪਣੀ ਸੁਣੀ ਸੁਣਾਈ ਗੱਲ ਤੇ ਸੁਖਬੀਰ ਬਾਦਲ ਕਰ ਗਏ, ਬਿਨਾਂ ਕਿਸੇ ਠੋਸ ਸਬੂਤਾਂ ਦੇ ਸੁਖਬੀਰ ਬਾਦਲ ਕਰ ਗਏ, ਤੇ ਅਕਾਲੀ ਸਿਆਸਤ ਨੂੰ ਮੁੜ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਆਪਾਂ ਇਹਨੂੰ ਦੇਖ ਸਕਦੇ ਹਾਂ। ਹਾਂਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਜੋ ਮੈਂ ਇਹੀ ਤੁਹਾਡੀ ਗੱਲ ਬਿਲਕੁਲ 100% ਠੀਕ ਹੈ ਕਿ ਉਸ ਗੱਲ ਨੂੰ ਕਦੇ ਵੀ ਇਹ ਦੁਬਾਰਾ ਸਾਬਿਤ ਨਹੀਂ ਕਰ ਪਾਏ ਤੇ ਨਾ ਹੀ ਉਸ ਨੂੰ ਕਦੇ ਇਹ ਮੁੱਦਾ ਬਣਾ ਸਕੇ। ਔਰ ਉਸ ਗੱਲ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਇਫੈਕਟਿਵਲੀ ਕਾਊਂਟਰ ਕੀਤਾ। ਹੁਣ ਜਦੋਂ ਲੋੜ ਆ ਅਕਾਲੀ ਦਲ ਨੂੰ ਦੁਬਾਰਾ ਐਕਟਿਵ ਹੋਣ ਦੀ, ਦੇਖੋ ਮੁਸ਼ਕਲਾਂ ਬਹੁਤ ਨੇ। ਹੁਣ ਮੈਂ ਦੇਖ ਰਿਹਾ ਸੀ ਗਨੀਵ ਕੌਰ ਜਿਹੜੇ ਮਜੀਠਾ ਤੋਂ ਜਿੱਤੇ ਆ, ਬਿਕਰਮ ਸਿੰਘ ਮਜੀਠੀਆ ਦੀ ਉਹ ਪਤਨੀ ਨੇ, ਤੇ ਉਹਨਾਂ ਨੇ ਇਲੈਕਸ਼ਨ ਜਿੱਤੀ ਆ ਤੇ ਪਰਸੋਂ ਜਾ ਕੇ ਉਹਨਾਂ ਨੇ ਸਹੁੰ ਚੁੱਕੀ ਆ। ਆਪਾਂ ਨੂੰ ਸਾਰਿਆਂ ਨੂੰ ਪਤਾ, ਜਦੋਂ ਸਹੁੰ ਚੁੱਕਣ ਜਾਂਦੇ ਨੇ ਸਪੀਕਰ ਦੇ ਚੈਂਬਰ ਦੇ ਵਿੱਚ ਜਾਂਦੇ ਨੇ ਤੇ ਨਾਲ ਉਹਨਾਂ ਦੇ ਸਿਰਫ ਜਾਂ ਤਾਂ ਜਿਹੜੇ ਸੁਖਵਿੰਦਰ ਸਿੰਘ ਸੁੱਖੀ, ਡਾਕਟਰ ਸੁੱਖੀ ਜਿਹਨਾਂ ਨੂੰ ਕਹਿੰਦੇ ਆ ਬੰਗੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ MLA ਆ,
ਸਿਰਫ ਉਹ ਸੀ, ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਿਤਾ ਸੀ ਤੇ ਨਾਲ ਉਹਨਾਂ ਦੇ 2 ਬੱਚੇ ਸੀ। ਇਸ ਤੋਂ ਇਲਾਵਾ ਉਹ ਜਦੋਂ ਸਹੁੰ ਚੁੱਕਣ ਜਾਂਦੇ ਆ, ਮੈਨੂੰ ਕੋਈ ਵੀ ਅਕਾਲੀ ਲੀਡਰ ਘੱਟੋ ਘੱਟ ਇਹ ਐਕਸਪੈਕਟ ਕੀਤਾ ਜਾ ਸਕਦਾ ਸੀ ਚਲੋ ਹਰਸਿਮਰਤ ਕੌਰ ਬਾਦਲ ਹੀ ਨਾਲ ਹੁੰਦੇ ਜਾਂ ਸੁਖਬੀਰ ਸਿੰਘ ਬਾਦਲ ਨਾਲ ਹੁੰਦੇ। ਇਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਨਹੀਂ ਮਿਲੀਆਂ। ਬੜੇ ਕੱਲੇ ਉਹ ਨਜ਼ਰ ਆਏ। ਔਰ ਪਿਛਲੇ ਦਿਨਾਂ ਦੇ ਵਿੱਚ ਮੈਂ ਕੋਰਟਸ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ, ਜਦੋਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਲੱਗਦੀਆਂ ਸੀ, ਉੱਥੇ ਵੀ ਉਹ ਜਾਂਦੇ ਹੁੰਦੇ ਸੀ। ਸੋ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਬੜੇ ਅਲੱਗ ਥਲੱਗ ਪੈਂਦੇ ਹੋਏ ਉਹ ਨਜ਼ਰ ਆਏ। ਹੋ ਸਕਦਾ ਉਹ ਨਾ ਹੋਣ, ਲੇਕਿਨ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ, ਜੋ ਉਹਨਾਂ ਤੋਂ ਪ੍ਰਭਾਵ ਮਿਲ ਰਿਹਾ, ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ। ਸੋ ਪਹਿਲੀ ਗੱਲ ਤਾਂ ਇਹ, ਤੁਸੀਂ ਦੇਖੋ ਬਿਕਰਮ ਸਿੰਘ ਮਜੀਠੀਆ ਹਜੇ ਵੀ ਨਿਆਇਕ ਹਿਰਾਸਤ 'ਚ ਨੇ। ਉਹਨਾਂ ਦਾ ਜਿਹੜਾ ਆਪਣਾ ਚੈਨਲ ਚਲਾਇਆ, ਉਹਦੇ ਵਿੱਚ ਵੀ ਤੁਹਾਨੂੰ ਪਤਾ ਉਹਨਾਂ ਨੂੰ ਮੁਸ਼ਕਲਾਂ ਆਈਆਂ ਨੇ। ਐਸਜੀਪੀਸੀ ਤੇ ਉਹਨਾਂ ਨੇ ਬੜੀ ਵਾਰੀ ਲਗਾਇਆ ਕਿ ਸਾਡੀ ਐਸਜੀਪੀਸੀ ਤੇ ਕੰਟਰੋਲ ਕਰਨ ਦੀਆਂ ਜਿਹੜੀਆਂ ਉਹ ਬਹੁਤ ਸਾਰੀਆਂ ਚਾਲਾਂ ਨੇ, ਕਿਉਂਕਿ ਐਸਜੀਪੀਸੀ ਦੇ ਬਹੁਤ ਸਾਰੇ ਮੈਂਬਰ ਵੀ ਇਸ ਟਾਈਮ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦਾ ਜਿਸ ਤਰ੍ਹਾਂ ਦਾ ਕੰਟਰੋਲ ਆ ਸ਼੍ਰੋਮਣੀ ਅਕਾਲੀ ਦਲ ਦੇ, ਉਸ ਦੇ ਖਿਲਾਫ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ। ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਉਹਨਾਂ ਨੇ ਟਿੱਪਣੀ ਕੀਤੀ ਸੀ, ਉਸ ਤੋਂ ਬਾਅਦ ਹੀ ਐਸਜੀਪੀਸੀ ਦੇ ਮੈਂਬਰ ਸੀ ਭਦੌੜ ਤੋਂ, ਉਹਨਾਂ ਨੇ ਕਿਹਾ ਸੀ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਔਰ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਤਾ ਸੀ। ਇਹ ਵੀ ਆਪਾਂ ਨੂੰ ਪਤਾ। ਸੋ ਗੱਲ ਤਾਂ ਹੈ ਸਾਰਿਆਂ ਨੂੰ ਨਾਲ ਜੋੜਨ ਦੀ। ਔਰ ਸਾਨੂੰ ਹਜੇ ਤੱਕ ਇਹ ਵੀ ਨਹੀਂ ਪਤਾ, ਕੋਰ ਕਮੇਟੀ ਦੀ ਮੀਟਿੰਗ ਹੋਈ ਆ ਔਰ ਪਿਛਲੇ ਦਿਨਾਂ ਦੇ ਵਿੱਚ 12 ਮੈਂਬਰੀ, ਉਸ ਤੋਂ ਬਾਅਦ 16 ਮੈਂਬਰੀ ਕਮੇਟੀ ਇਹ ਕਹਿੰਦੀ ਸੀ ਕਿ ਅਸੀਂ ਜੋ ਸਾਡੀ ਹਾਰ ਹੋਈ ਆ, ਸ਼ਰਮਨਾਕ ਹਾਰ ਹੋਈ ਆ, ਉਸ ਦੀ ਅਸੀਂ ਇੰਟਰੋਸਪੈਕਸ਼ਨ ਕਰਾਂਗੇ, ਅਸੀਂ ਉਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਵਿਚਾਰ ਵਟਾਂਦਰਾ ਕੀਤਾ, ਕਿਉਂਕਿ ਕੁੱਲ ਮਿਲਾ ਕੇ ਗੱਲ ਹਮੇਸ਼ਾ ਇੱਕ ਹੀ ਆਉਂਦੀ ਹੈ ਕਿ ਕਿਉਂ ਕਿ ਇਹ ਪਾਰਟੀ ਇੱਕ ਪਰਿਵਾਰ ਦੇ ਕਬਜ਼ੇ 'ਚ ਆ, ਇਸੇ ਕਰਕੇ ਪਾਰਟੀ ਦਾ ਪਤਨ ਹੋ ਰਿਹਾ। ਇਹ ਗੱਲ ਬਾਰ-ਬਾਰ ਆਉਂਦੀ ਆ। ਔਰ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨੂੰ, ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਹਰਸਿਮਰਤ ਕੌਰ ਬਾਦਲ ਨੂੰ, ਬਿਕਰਮ ਮਜੀਠੀਆ ਨੂੰ ਜਾਂ ਜਿੰਨੇ ਵੀ ਲੋਕ ਇਸ ਪਰਿਵਾਰ ਨਾਲ ਜੁੜੇ ਆ, ਉਹਨਾਂ ਨੂੰ ਕੋਈ ਵੀ ਲੀਡਰ ਜਾਂ ਕੋਈ ਵੀ ਨੇਤਾ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਜੋ ਇਹਨਾਂ ਨੂੰ ਪਾਸੇ ਕਰਕੇ ਆਪ ਅੱਗੇ ਮੋਢੀ ਬਣ ਸਕਦਾ। ਜੀ ਬਿਲਕੁਲ ਠੀਕ ਹੈ। ਮੈਨੂੰ ਲੱਗਦਾ ਹਰਸਿਮਰਤ ਬਾਦਲ ਗਨੀਮ ਮਜੀਠੀਆ ਦੇ ਨਾਲ ਅਗਰ ਚਲੇ ਜਾਂਦੇ, ਤੇ ਕਿਉਂਕਿ ਪਹਿਲੀ ਵਾਰੀ ਐਮਐਲਏ ਬਣੇ ਨੇ ਗਨੀਮ ਮਜੀਠੀਆ, ਤੇ ਕੋਈ ਹਰਜ ਨਹੀਂ ਸੀ। ਪਰ ਮੈਨੂੰ ਇਹ ਵੀ ਲੱਗਦਾ ਕਿ ਕਈ ਵਾਰੀ ਇਸ ਕਰਕੇ ਬਾਦਲ ਪਰਿਵਾਰ ਚੋਂ ਕੋਈ ਨਾ ਗਿਆ ਹੋਵੇ ਕਿ ਫਿਰ ਅਗਰ ਹਰਸਿਮਰਤ ਬਾਦਲ ਜਾਂਦੇ ਤੇ ਫਿਰ ਇੱਕ ਨਵੇਂ ਸਿਰਿਓਂ ਮੀਡੀਆ ਟ੍ਰਾਇਲ, ਕਈ ਵਾਰੀ ਲੀਡਰ ਅੱਜ ਕੱਲ ਮੀਡੀਆ ਟ੍ਰਾਇਲ ਤੋਂ ਵੀ ਸੰਕੋਚ ਕਰਦੇ ਨੇ ਕਿ ਮੀਡੀਆ ਫਿਰ ਕਈ ਵਾਰੀ ਸਧਾਰਨ ਗੱਲ ਨੂੰ ਹੋਰ ਨਜ਼ਰੀਏ ਨਾਲ ਲੈਂਦਾ। ਔਰ ਇਹ ਵੀ ਗੱਲ ਠੀਕ ਹੈ। ਦੇਖੋ, ਉਹਨਾਂ ਦੇ ਪਤੀ ਜੇਲ੍ਹ 'ਚ ਨੇ ਤੇ ਬੀਇੰਗ ਏ ਲੇਡੀ ਉਹਨਾਂ ਨੇ ਫੈਮਿਲੀ ਵੀ ਦੇਖਣੀ, ਬੱਚੇ ਵੀ ਦੇਖਣੇ, ਤੇ ਅਸੀਂ ਇਹ ਐਕਸਪੈਕਟ ਕਰੀਏ ਕਿ ਉਹ ਇੱਕੋ ਦਮ ਬਹੁਤ ਜ਼ਿਆਦਾ ਸਰਗਰਮ ਹੋ ਜਾਣ ਸਿਆਸਤ 'ਚ, ਕਿਉਂਕਿ ਉਹ ਸਿਆਸਤ 'ਚ ਆਪ ਨਹੀਂ ਆਏ, ਉਹ ਉਤਾਰੇ ਗਏ ਨੇ ਜੋ ਲੱਗਦਾ। ਹੁਣ ਉਹ ਬਿਕਰਮ ਮਜੀਠੀਆ ਦਾ ਫੈਸਲਾ ਸੀ ਜਾਂ ਪਰਿਵਾਰ ਦਾ ਫੈਸਲਾ ਸੀ, ਉਹ ਵਕਤ ਜਾਣਦਾ, ਕਿਉਂਕਿ ਉਹ ਚੋਣਾਂ ਵੇਲੇ ਹੀ ਸਿਆਸਤ 'ਚ ਆਏ, ਬੀਬੀ ਗਨੀਵ ਕੌਰ ਮਜੀਠੀਆ। ਸੋ ਇੱਕ ਔਰਤ ਨੇ, ਔਰਤਾਂ ਦਾ ਸਿਆਸਤ 'ਚ ਆਉਣਾ ਸ਼ੁਭ ਕਾਮਨਾਵਾਂ ਨੇ, ਉਹਨਾਂ ਨੂੰ ਜਿਤਾਇਆ ਵੀ ਆ ਦੇਖੋ ਹਲਕੇ ਦੇ ਲੋਕਾਂ ਨੇ। ਸੋ ਬਾਕੀ ਨਿੱਜੀ ਕਾਰਨ ਪਰਿਵਾਰ ਦੇ ਹੋ ਸਕਦੇ ਆ ਜਿਹਦੇ ਕਰਕੇ ਉਹ ਨਾ ਆਏ ਹੋਣ, ਪਰ ਇਹ ਵੀ ਇੱਕ ਕਾਰਨ ਹੈ ਕਿ ਕਈ ਵਾਰ ਮੀਡੀਆ ਟ੍ਰਾਇਲ ਕਰਕੇ ਵੀ, ਕਿਉਂਕਿ ਬਿਕਰਮ ਮਜੀਠੀਆ ਜੇਲ੍ਹ 'ਚ ਨੇ, ਹਾਲ ਦੀ ਘੜੀ ਅਕਾਲੀ ਦਲ ਚਾਹੁੰਦਾ ਹੋਊਗਾ ਵੀ ਕੋਈ ਅਜਿਹਾ ਮੁੱਦਾ ਨਾ ਉਭਰੇ ਜਿਹਦੇ ਨਾਲ ਜੇਲ੍ਹ ਵਿੱਚ ਬੈਠੇ ਬਿਕਰਮ ਮਜੀਠੀਏ ਤੇ ਕੋਈ ਕੰਟਰੋਵਰਸੀ ਬਣੇ, ਕਿਉਂਕਿ ਅਗਰ ਬਿਕਰਮ ਮਜੀਠੀਏ ਤੇ ਸਾਰੀਆਂ ਕੰਟਰੋਵਰਸੀਜ਼ ਖਤਮ ਹੋਣਗੀਆਂ, ਉਸ ਤੋਂ ਬਾਅਦ ਫਿਰ ਉਹ ਅਦਾਲਤੀ ਲੜਾਈ ਤੇ ਆਪਣਾ ਫੋਕਸ ਕਰਨਗੇ। ਇਹ ਮੇਰਾ ਓਪੀਨੀਅਨ ਹੈ, ਹੋ ਸਕਦਾ ਹੈ ਬਾਕੀ ਲੋਕ ਮੇਰੇ ਓਪੀਨੀਅਨ ਤੋਂ ਸਹਿਮਤ ਨਾ ਹੋਣ, ਜ਼ਰੂਰੀ ਨਹੀਂ। ਵਿਚਾਰਾਂ ਦੀ ਆਜ਼ਾਦੀ ਸਾਡੀ ਡੈਮੋਕ੍ਰੇਸੀ ਦਿੰਦੀ ਹੈ, ਇਹ ਵੀ ਇੱਕ ਬੜੀ ਖੂਬਸੂਰਤ ਚੀਜ਼ ਹੈ। ਜਿਹੜਾ ਵਿਚਾਰ ਦੂਸਰੇ ਦਾ ਪਸੰਦ ਆਵੇ ਤੇ ਉਹ ਅਸੀਂ ਸਾਂਝਾ ਕਰ ਲੈਂਦੇ ਹਾਂ, ਤੇ ਜਿਹੜਾ ਵਿਚਾਰ ਨਾ ਪਸੰਦ ਆਵੇ ਤੇ ਅਸੀਂ ਰਿਜੈਕਟ ਕਰ ਦਿੰਦੇ ਹਾਂ। ਸੋ ਸਾਰਿਆਂ ਨੂੰ ਆਪਣਾ ਵਿਚਾਰ ਰੱਖਣ ਦਾ ਹੱਕ ਹੈ, ਔਰ ਇਹ ਸਾਡੀ ਡੈਮੋਕ੍ਰੇਸੀ ਦੀ ਸ਼ਾਨ ਹੈ ਕਿ ਵੱਖਰੇਵੇਂ ਵਿਚਾਰਾਂ ਦੇ ਨੇ ਜਿਹੜੇ, ਉਹੀ ਚੀਜ਼ਾਂ ਨੂੰ ਅਗਰ ਵਿਚਾਰਾਂ ਦੇ ਵੱਖਰੇਵੇਂ ਨਾ ਹੋਣ ਤਾਂ ਫਿਰ ਡਿਬੇਟ ਖਤਮ ਹੋ ਜੇ ਸਾਡੇ ਮੁਲਕ ਦੇ ਵਿੱਚੋਂ, ਔਰ ਡਿਬੇਟ ਦੇ ਵਿੱਚੋਂ ਬੜੀਆਂ ਚੀਜ਼ਾਂ ਸਾਡੇ ਮੁਲਕ 'ਚ ਚੰਗੀਆਂ ਨਿਕਲਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ, ਬਹੁਤ ਤੁਹਾਡੇ ਐਨਾਲਿਸਿਸ ਨੂੰ ਲੋਕ ਪਸੰਦ ਕਰਦੇ ਨੇ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਨਾਲ ਸਲਾਹ ਮਸ਼ਵਰਾ, ਡਿਬੇਟ ਕਹਿ ਲਈਏ, ਕਰਨ ਦਾ ਮੌਕਾ ਮਿਲਦਾ। ਥੈਂਕ ਯੂ ਸੋ ਮਚ ਜੀ। ਕੱਲ ਫਿਰ ਮੁਲਾਕਾਤ ਹੁੰਦੀ ਹੈ ਮਨਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਧੰਨਵਾਦ ਸਰ।